ਸਤਿ ਸ਼੍ਰੀ ਅਕਾਲ, ਨਮਸਤੇ, ਹੈਲੋ ਐਂਡ ਵੈਲਕਮ ਟੂ ਦ ਸ਼ੋਅ ਜਿਹਦਾ ਨਾਮ ਹੈ ਦ ਟਰੂਥ ਟ੍ਰਾਈਬ। ਮੈਂ ਹਾਂ ਤੁਹਾਡਾ ਹੋਸਟ ਰਵੀ ਤੂਰ ਤੇ ਅੱਜ ਸਾਡੇ ਨਾਲ ਨੇ ਇੱਕ ਬਹੁਤ ਹੀ ਸਪੈਸ਼ਲ ਗੈਸਟ ਜਿਨ੍ਹਾਂ ਦਾ ਨਾਮ ਹੈ ਕਰਨ ਪ੍ਰਤਾਪ ਸਿੰਘ ਬੈਂਸ। ਕਰਨ, ਵੈਲਕਮ ਟੂ ਦ ਸ਼ੋਅ। ਬਹੁਤ-ਬਹੁਤ ਥੈਂਕ ਯੂ ਤੁਹਾਡਾ ਮੈਨੂੰ ਇਹ ਸ਼ੋਅ ਤੇ ਸੱਦਣ ਦੇ ਲਈ ਤੇ ਮੈਨੂੰ ਮੌਕਾ ਦੇਣ ਦੇ ਲਈ ਕਿ ਅਸੀਂ ਸਾਡੀ ਆਰਗੇਨਾਈਜੇਸ਼ਨ ਸੋਧਾ ਦਾ ਮੈਸੇਜ ਵੱਧ ਤੋਂ ਵੱਧ ਲੋਕਾਂ ਤੱਕ ਇਸ ਪੋਡਕਾਸਟ ਰਾਹੀਂ ਪਹੁੰਚਾਈਏ। ਤੁਸੀਂ ਰੈਪਰੈਜ਼ੈਂਟ ਕਰ ਰਹੇ ਹੋ ਅੱਜ ਇੱਕ ਆਰਗੇਨਾਈਜੇਸ਼ਨ ਨੂੰ, ਸੋਧਾ, ਜਿਵੇਂ ਤੁਸੀਂ ਦੱਸਿਆ। ਸੋਧਾ ਜਿਹੜੀ ਉਹ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਹੈ ਵਿਚ ਸਟੈਂਡਸ ਫॉर ਸਟੂਡੈਂਟਸ ਓਵਰਕਮਿੰਗ ਸਬਸਟੈਂਸ ਯੂਜ਼ ਡਿਸਆਰਡਰ ਐਂਡ ਐਡਿਕਸ਼ਨ। ਇਸ ਆਰਗੇਨਾਈਜੇਸ਼ਨ ਦੇ ਰਾਹੀਂ ਤੁਸੀਂ ਕਮਿਊਨਿਟੀ ਮੈਂਬਰਸ ਦੀ ਹੈਲਪ ਕਰਦੇ ਹੋ ਜੋ ਐਡਿਕਸ਼ਨ ਤੋਂ ਜਾਂ ਡਰੱਗ ਸਬਸਟੈਂਸ ਅਬਿਊਜ਼ ਤੋਂ ਸਫਰ ਕਰ ਰਹੇ ਨੇ। ਉਹਨਾਂ ਨੂੰ ਪ੍ਰੋਪਰ ਟੂਲਸ ਦਿੰਦੇ ਹੋ, ਉਹਨਾਂ ਨੂੰ ਸਪੋਰਟ ਕਰਦੇ ਹੋ ਰਿਕਵਰੀ ਦੇ ਵਿੱਚ। ਬਹੁਤ ਹੀ ਨੇਕ ਕੰਮ ਹੈ ਤੇ ਬਹੁਤ ਹੀ ਲੋੜ ਹੈ ਅੱਜ ਦੇ ਟਾਈਮ ਦੇ ਵਿੱਚ ਇਸ ਕੰਮ ਦੀ। ਦੋ ਕਿ ਸੋਧਾ ਕੌਣ ਹੈ, ਕੀ ਕਰਦੇ ਹੋ ਤੁਸੀਂ ਤੇ ਤੁਹਾਡਾ ਰੋਲ ਕੀ ਹੈ ਵਿੱਚ ਆਰਗੇਨਾਈਜੇਸ਼ਨ ਦੇ? ਹਾਂਜੀ, ਸੋਧਾ ਦੀ ਸਥਾਪਨਾ 2019 ਦੇ ਵਿੱਚ ਯੂਨੀਵਰਸਿਟੀ ਸਟੂਡੈਂਟਸ ਵੱਲੋਂ ਕੀਤੀ ਗਈ ਸੀ। ਇਸ ਦੀ ਸਥਾਪਨਾ ਗੁਰਕੀਰਤ ਸਿੰਘ, ਯਸ਼ਮੀਤ ਕੌਰ ਤੇ ਹਰਦੀਪ ਸਿੰਘ ਨੇ 2019 ਵਿੱਚ ਕੀਤੀ ਸੀ। ਉਹ ਸਾਊਥ ਏਸ਼ੀਅਨ ਮੈਂਟਲ ਹੈਲਥ ਅਲਾਇੰਸ ਦੇ ਐਂਬੈਸੇਡਰਸ ਸੀ ਤੇ ਜਿਹੜੀ ਉਹਨਾਂ ਦੀ ਐਂਬੈਸੇਡਰ ਬਣਨ ਦੇ ਲਈ ਟ੍ਰੇਨਿੰਗ ਹੋਈ ਸੀ, ਉਹ ਟ੍ਰੇਨਿੰਗ ਦੇ ਵਿੱਚ ਇੱਕ ਸਬਸਟੈਂਸ ਯੂਜ਼ ਡਿਸਆਰਡਰਸ ਤੇ ਡਰੱਗ ਓਵਰਡੋਜ਼ ਦੇ ਨਾਲ ਰਿਲੇਟਡ ਇੱਕ ਚੈਪਟਰ ਸੀ। ਤੇ ਫਿਰ ਇਹਨਾਂ ਨੌਜਵਾਨਾਂ ਨੂੰ ਮਹਿਸੂਸ ਹੋਇਆ ਕਿ ਸਾਡੀ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਲੈਂਗੁਏਜ ਸਪੈਸੀਫਿਕ ਸਰਵਿਸਿਜ਼ ਬਹੁਤ ਘੱਟ ਹਨ ਡਰੱਗ ਐਡਿਕਸ਼ਨ ਬਾਰੇ ਤੇ ਓਵਰਡੋਜ਼ ਬਾਰੇ। ਤੇ ਫਿਰ ਜਿਸ ਕਰਕੇ ਸੋਧਾ ਦੀ ਸਥਾਪਨਾ ਉਹਨਾਂ ਨੇ ਕੀਤੀ ਤੇ ਮੈਂ ਸੋਧਾ ਦੇ ਨਾਲ 2020 ਦੇ ਵਿੱਚ ਜੁੜਿਆ ਸੀ। 2020 ਦੇ ਵਿੱਚ ਕੋਵਿਡ-19 ਦੇ ਸਮੇਂ ਬਹੁਤ ਜ਼ਿਆਦਾ ਮੌਤਾਂ ਹੋਈਆਂ ਸੀ ਡਰੱਗ ਓਵਰਡੋਜ਼ ਦੇ ਨਾਲ। ਉਨੀਆਂ ਮੌਤਾਂ ਕੋਵਿਡ-19 ਦੇ ਨਾਲ ਨਹੀਂ ਹੋਈਆਂ ਸੀ ਜਿੰਨੀਆਂ ਕਿ 2020 ਦੇ ਵਿੱਚ ਜਦੋਂ ਮੈਂ ਸ਼ੁਰੂਆਤ ਕੀਤੀ ਡਰੱਗ ਓਵਰਡੋਜ਼ ਨਾਲ ਹੋਈਆਂ। ਤੇ ਫਿਰ ਉਦੋਂ ਵੀ ਅਸੀਂ ਕਾਫੀ ਆਊਟਰੀਚ ਕੀਤੀ ਸਰੀ ਦੇ ਅਲੱਗ-ਅਲੱਗ ਗੁਰਦੁਆਰਿਆਂ ਦੇ ਵਿੱਚ। ਨਿਊਟਨ ਐਥਲੈਟਿਕ ਪਾਰਕ ਹੋ ਗਿਆ ਜਾਂ ਬੀਅਰ ਕ੍ਰੀਕ ਪਾਰਕ ਹੋ ਗਿਆ, ਉੱਥੇ ਵੀ ਅਸੀਂ ਕਾਫੀ ਆਊਟਰੀਚ ਕੀਤੀ ਉਸ ਵਕਤ। ਵੈਰੀ ਗੁੱਡ। ਜਿਹੜੀ ਹੁਣ ਆਰਗੇਨਾਈਜੇਸ਼ਨ ਹੈ ਸੋਧਾ ਅੱਜ ਦੀ ਕਰੰਟ ਸਟੇਟ ਦੇ ਵਿੱਚ, ਤੁਹਾਡੇ ਨਾਲ ਕਿੰਨੇ ਮੈਂਬਰਸ, ਕਿੰਨੇ ਵੋਲੰਟੀਅਰਸ ਹੋ ਤੁਸੀਂ ਸਾਰੇ, ਤੇ ਕਿੱਥੋਂ ਤੁਸੀਂ ਕੰਮ ਕਰਦੇ ਹੋ? ਕਿਹੜੇ ਏਰੀਆਜ਼ ਦੇ ਵਿੱਚ ਤੁਸੀਂ ਮੋਸਟਲੀ ਕਵਰ ਕਰ ਰਹੇ ਹੋ ਅੱਜ ਦੀ ਡੇਟ ਦੇ ਵਿੱਚ? ਹਾਂਜੀ, ਅੱਜ ਦੀ ਡੇਟ ਦੇ ਵਿੱਚ ਅਸੀਂ ਸਰੀ ਦੇ ਵਿੱਚ ਆਪਣੇ ਬੂਥ ਲਾਉਂਦੇ ਹਾਂ। ਸਾਡੇ ਨਾਲ 6 ਡਾਇਰੈਕਟਰਸ ਹਨ ਤੇ ਸਾਡੇ ਕੋਲ 15-16 ਵਾਲੰਟੀਅਰਸ ਹਨ। ਓਕੇ। ਸਰੀ ਦੇ ਵਿੱਚ ਅਲੱਗ-ਅਲੱਗ ਸਥਾਨਾਂ ਤੇ ਬੂਥ ਲਾਉਂਦੇ ਹਾਂ। ਪਰ ਇਸ ਤੋਂ ਇਲਾਵਾ ਸਾਡੇ ਇੰਸਟਾਗ੍ਰਾਮ ਅਕਾਊਂਟ ਤੇ ਵੀ ਅਸੀਂ ਕਾਫੀ ਆਊਟਰੀਚ ਕਰਦੇ ਹਾਂ। ਇੰਸਟਾਗ੍ਰਾਮ ਅਕਾਊਂਟ ਦੇ ਵਿੱਚ ਐਜੂਕੇਸ਼ਨਲ ਵੀਡੀਓਜ਼ ਪਾ ਕੇ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਵੀ ਇਨਫੋਰਮੇਸ਼ਨ ਦਿੰਦੇ ਹਾਂ ਕਿ ਤੁਸੀਂ ਡਰੱਗ ਓਵਰਡੋਜ਼ ਨੂੰ ਕਿਵੇਂ ਰਿਸਪੌਂਡ ਕਰ ਸਕਦੇ ਹੋ। ਤੇ ਥੋੜਾ ਜਿਹਾ ਹੁਣ ਜਿਹੜੀ ਸਬਸਟੈਂਸ ਅਬਿਊਜ਼ ਦੀ ਅਸੀਂ ਗੱਲ ਕਰ ਰਹੇ ਹਾਂ ਕਰਨ, ਇਹਦੇ ਬਾਰੇ ਥੋੜਾ ਜਿਹਾ ਹੋਰ ਇਲੈਬੋਰੇਟ ਕਰੋ ਕਿ ਸਬਸਟੈਂਸ ਅਬਿਊਜ਼ ਜਿੰਦੀ ਆਪਾਂ ਗੱਲ ਕਰਦੇ ਹਾਂ ਉਹ ਕਿਹਨੂੰ ਕੰਸੀਡਰ ਕੀਤਾ ਜਾਂਦਾ, ਕੀ ਉਹ ਥ੍ਰੈਸ਼ਹੋਲਡ ਹੈ, ਕਿਹਦੇ ਉੱਤੇ ਤੁਸੀਂ ਜਾ ਕੇ ਕਹਿੰਦੇ ਹੋ ਕਿ ਵੀ ਹਾਂ ਇਹ ਹੁਣ ਬੰਦਾ ਸਬਸਟੈਂਸ ਅਬਿਊਜ਼ ਕਰ ਰਿਹਾ ਜਾਂ ਇਹਨਾਂ ਨੂੰ ਐਡਿਕਸ਼ਨ ਹੈ, ਹਾਂ ਇਹ ਬੰਦੇ ਨੂੰ ਲੋੜ ਦੀ ਜ਼ਰੂਰਤ ਆ? ਹਾਂਜੀ, ਸਬਸਟੈਂਸ ਯੂਜ਼ ਡਿਸਆਰਡਰ ਦਾ ਇੱਕ ਸਪੈਕਟਰਮ ਹੁੰਦਾ ਹੈ। ਮਤਲਬ ਅਸੀਂ ਬਲੈਕ ਔਰ ਵਾਈਟ ਨਹੀਂ ਕਹਿ ਸਕਦੇ ਕਿ ਇਹ ਬੰਦੇ ਨੂੰ ਸਬਸਟੈਂਸ ਯੂਜ਼ ਡਿਸਆਰਡਰ ਹੈ ਤੇ ਇਹ ਬੰਦੇ ਨੂੰ ਸਬਸਟੈਂਸ ਯੂਜ਼ ਡਿਸਆਰਡਰ ਨਹੀਂ ਹੈ। ਕਈ ਲੋਕਾਂ ਨੂੰ ਮਾਈਲਡ ਸਬਸਟੈਂਸ ਯੂਜ਼ ਡਿਸਆਰਡਰ ਹੁੰਦਾ ਹੈ, ਕਈਆਂ ਨੂੰ ਸੀਵੀਅਰ ਹੁੰਦਾ ਹੈ। ਤੇ ਸਬਸਟੈਂਸ ਯੂਜ਼ ਡਿਸਆਰਡਰ ਦੀ ਡੈਫੀਨੇਸ਼ਨ ਇਹ ਹੈ ਕਿ ਇੱਕ ਸੈੱਟ ਹੁੰਦਾ ਹੈ ਸਿੰਪਟਮਸ ਦਾ ਤੇ ਇਹ ਸਿੰਪਟਮਸ ਕਿਸੇ ਸਬਸਟੈਂਸ ਦੀ ਵਰਤੋਂ ਕਰਕੇ ਆਉਂਦੇ ਹਨ। ਉਹ ਸਬਸਟੈਂਸ ਦਾ ਯੂਜ਼ ਬਿਨਾਂ ਉਸਦੇ ਨੁਕਸਾਨ ਦੀ ਪਰਵਾਹ ਕੀਤੇ ਹੋਏ ਸਬਸਟੈਂਸ ਯੂਜ਼ ਕਰਦਾ ਹੈ। ਤੇ ਇਹਦੇ ਲੱਛਣ ਹੁੰਦੇ ਹਨ ਜਿਵੇਂ ਕਿ ਉਹ ਵਾਲਾ ਨਸ਼ੀਲਾ ਪਦਾਰਥ ਛੱਡਣ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਤੁਸੀਂ ਨਹੀਂ ਛੱਡ ਪਾ ਰਹੇ। ਜਦੋਂ ਤੁਸੀਂ ਉਹ ਪਦਾਰਥ ਨਹੀਂ ਲੈਂਦੇ ਪਏ ਫਿਰ ਤੁਹਾਨੂੰ ਵਿਦਡਰਾਅਲ ਦੇ ਸਿੰਪਟਮਸ ਆਉਂਦੇ ਹਨ, ਤੁਹਾਡੀ ਬਾਡੀ ਰਿਸਪੌਂਡ ਉਸ ਤਰੀਕੇ ਨਾਲ ਕਰਦੀ ਹੈ। ਤੇ ਹੋਰ ਇਸ ਦੇ ਲੱਛਣ ਹੁੰਦੇ ਹਨ ਕਿ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਛੱਡ ਕੇ, ਸਕੂਲ ਦੀਆਂ, ਕੰਮ ਦੀਆਂ ਜਾਂ ਫੈਮਿਲੀ ਦੀਆਂ ਛੱਡ ਕੇ ਸਾਰਾ ਸਮਾਂ ਉਸ ਡਰੱਗ ਲੈਣ ਦੀ ਕੋਸ਼ਿਸ਼ ਕਰਦੇ ਹੋ। ਹੋਰ ਲੱਛਣ ਹੁੰਦੇ ਹਨ ਜਿਵੇਂ ਕਿ ਤੁਸੀਂ ਡਰੱਗ ਲੈਣ ਦੇ ਲਈ ਇਲੀਗਲ ਐਕਟੀਵਿਟੀਜ਼ ਕਰਦੇ ਹੋ, ਜਿਵੇਂ ਕਿ ਸ਼ਾਪਲਿਫਟਿੰਗ ਕਰਨਾ ਜਾਂ ਚੋਰੀਆਂ ਕਰਨਾ। ਤਾਂ ਇਹ ਜਿਹੜੇ 10-11 ਸਿੰਪਟਮਸ ਹਨ, ਇਹਨਾਂ ਦੇ ਵਿੱਚ ਜੇ ਮਤਲਬ ਇਹਨਾਂ ਵਿੱਚੋਂ 1 ਜਾਂ 2 ਸਿੰਪਟਮਸ ਹਨ
ਫਿਰ ਅਸੀਂ ਕਹਿ ਦਿੰਦੇ ਹਨ ਕਿ ਤੁਹਾਨੂੰ ਮਾਈਲਡ ਸਬਸਟੈਂਸ ਯੂਜ਼ ਡਿਸਆਰਡਰ ਹੈ। ਪਰ ਜਿੰਨੇ ਜ਼ਿਆਦਾ ਸਿੰਪਟਮਸ ਹੋਣ ਉਨੀ ਜ਼ਿਆਦਾ ਸਬਸਟੈਂਸ ਯੂਜ਼ ਡਿਸਆਰਡਰ ਦੀ ਸਵੀਰਿਟੀ ਹੁੰਦੀ ਹੈ। ਤੇ ਜਿਹੜੇ ਇਸ ਸਬਸਟੈਂਸਸ ਦੀ ਅਸੀਂ ਗੱਲ ਕਰ ਰਹੇ ਹਾਂ, ਥੋੜਾ ਸਾਨੂੰ ਉਹਦੇ ਬਾਰੇ ਇਨਫੋਰਮੇਸ਼ਨ ਦਿਓ ਕਿ ਵੀ ਕਿਹੜੇ ਡਰੱਗਸ ਨੇ ਜਿਹੜੇ ਆਊਟ ਇਨ ਦਾ ਮਾਰਕੀਟ ਨੇ ਅੱਜ ਦੀ ਡੇਟ ਦੇ ਵਿੱਚ, ਜਿਹੜੇ ਤੁਸੀਂ ਐਕਸਪੀਰੀਅੰਸ ਕਰ ਰਹੇ ਹੋ ਜਾਂ ਜਿਹਦੇ ਨਾਲ ਤੁਸੀਂ ਐਕਚੁਅਲੀ ਹੈਲਪ ਕਰ ਰਹੇ ਹੋ ਲੋਕਾਂ ਦੀ, ਜਿਨ੍ਹਾਂ ਕਰਕੇ ਇਹ ਓਵਰਡੋਜ਼ ਦੀ ਡੈਥਸ ਨੇ ਜਿਹੜੀਆਂ ਹੋ ਰਹੀਆਂ ਨੇ। ਹਾਂਜੀ, ਸਭ ਤੋਂ ਪਹਿਲਾਂ ਨਾ ਤਾਂ ਮੇਰੇ ਦਿਮਾਗ ਦੇ ਵਿੱਚ ਫੈਂਟਨਿਲ ਦਾ ਆਉਂਦਾ ਹੈ। ਫੈਂਟਨਿਲ ਜਿਹੜਾ ਡਰੱਗ ਹੈ ਉਹ ਅਫੀਮ ਤੋਂ ਬਣਦਾ ਹੈ। ਤੇ ਫੈਂਟਨਿਲ ਜਿਹੜਾ ਸਿੰਥੈਟਿਕ ਡਰੱਗ ਹੈ, ਇਸ ਕਰਕੇ ਸਰਕਾਰ ਨੇ ਐਮਰਜੈਂਸੀ ਡਿਕਲੇਅਰ ਕੀਤੀ ਸੀ 2016 ਦੇ ਵਿੱਚ, BC ਗਵਰਨਮੈਂਟ ਨੇ, ਕਿ ਫੈਂਟਨਿਲ ਓਵਰਡੋਜ਼ ਦੇ ਨਾਲ ਬਹੁਤ ਜ਼ਿਆਦਾ ਮੌਤਾਂ ਹੋ ਰਹੀਆਂ ਹਨ। ਪਰ ਅਨਫੋਰਚੂਨੇਟਲੀ ਫੈਂਟਨਿਲ ਦੀ ਓਵਰਡੋਜ਼ ਦੇ ਨੰਬਰਸ ਦੇ ਵਿੱਚ ਉਹ 2016 ਦੇ ਵਿੱਚ ਐਮਰਜੈਂਸੀ ਡਿਕਲੇਅਰ ਕਰਨ ਤੋਂ ਬਾਅਦ ਚ ਵੀ ਨੰਬਰਸ 'ਚ ਕਮੀ ਨਹੀਂ ਆਈ ਕੋਈ। ਹਰੇਕ ਸਾਲ ਸਾਨੂੰ ਜ਼ਿਆਦਾ ਨੰਬਰਸ ਦੇਖਣ ਨੂੰ ਮਿਲਦੇ ਹਨ ਫੈਂਟਨਿਲ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੇ। ਫੈਂਟਨਿਲ ਤੋਂ ਇਲਾਵਾ ਫੈਂਟਨਿਲ ਤੋਂ ਵੀ ਕਈ ਸਟਰੋਂਗਰ ਡਰੱਗਸ ਬਣਾਏ ਗਏ ਹਨ ਅੱਜ ਕੱਲ੍ਹ, ਜਿਹੜੇ ਫੈਂਟਨਿਲ ਤੋਂ ਹੀ ਬਣਦੇ ਹਨ। ਡਰੱਗਸ ਹੁੰਦੇ ਹਨ ਜਿਵੇਂ ਬੈਂਜ਼ੋ ਡਾਇਆਜ਼ੇਪੀਨਸ। ਇਹ ਜਿਹੜੀਆਂ ਮੋਸਟਲੀ ਮੌਤਾਂ ਹੁੰਦੀਆਂ ਹਨ ਡਰੱਗ ਓਵਰਡੋਜ਼ ਦੀਆਂ, ਉਹ ਓਪੀਓਇਡ ਓਵਰਡੋਜ਼ ਦੇ ਨਾਲ ਹੁੰਦੀਆਂ ਹਨ, ਜਿਹੜੇ ਨਸ਼ੇ ਅਫੀਮ ਤੋਂ ਬਣਦੇ ਹਨ। ਤੇ ਮਤਲਬ ਕਹਿਣ ਦਾ ਮਤਲਬ ਹੈ ਕਿ ਜਿਹੜੀਆਂ ਅੱਜ ਤੁਹਾਡੇ ਐਕਸਪੀਰੀਅੰਸ ਦੇ ਵਿੱਚ ਜਿਹੜੀਆਂ ਡੈਥਸ ਹੋ ਰਹੀਆਂ ਨੇ ਉਹ ਮੋਸਟਲੀ ਲੋਕਾਂ ਦੀ ਅਫੀਮ ਜਾਂ ਅਫੀਮ ਵਰਗੇ ਸਬਸਟੈਂਸਸ ਤੋਂ ਹੋ ਰਹੀਆਂ ਨੇ। ਇਜ਼ ਦੈਟ ਕਰੈਕਟ? ਹਾਂਜੀ, ਬਿਲਕੁਲ। ਤੇ ਇਹਦੇ ਵਿੱਚ ਮੇਨ ਨਾਮ ਜਿਹੜਾ ਫੈਂਟਨਿਲ ਦਾ ਆਉਂਦਾ ਹੈ, ਫੈਂਟਨਿਲ ਵੀ ਅਫੀਮ ਤੋਂ ਹੀ ਬਣਦੀ ਹੈ। ਓਕੇ। ਤੇ ਜਿਹੜੀ ਐਕਸੈਸਿਬਿਲਿਟੀ ਹੈ ਇਹਨਾਂ ਡਰੱਗਸ ਦੀ, ਹੁਣ ਤੁਹਾਡੇ ਐਕਸਪੀਰੀਅੰਸ ਦੇ ਵਿੱਚ, ਕਿਉਂਕਿ ਤੁਸੀਂ ਫਰਸਟ ਹੈਂਡ ਕੇਸਿਸ ਦੇਖੇ ਨੇ ਲੋਕਾਂ ਦੇ ਜਿਹੜੇ ਸਫਰ ਕਰ ਰਹੇ ਨੇ ਇਸ ਚੀਜ਼ ਤੋਂ, ਜਾਂ ਤੁਸੀਂ ਕਮਿਊਨਿਟੀ 'ਚ ਜਾਂਦੇ ਹੋ, ਤੁਸੀਂ ਗੱਲ ਕਰਦੇ ਹੋ ਇਹਨਾਂ ਚੀਜ਼ਾਂ ਬਾਰੇ, ਤੁਹਾਡੇ ਐਕਸਪੀਰੀਅੰਸ ਦੇ ਵਿੱਚ ਜਿਹੜੇ ਐਕਸੈਸਿਬਿਲਿਟੀ ਹੈ ਇਸ ਡਰੱਗਸ ਦੀ ਲੋਕਾਂ ਨੂੰ ਜਿਹੜੇ ਮਿਲਦੇ ਪਏ ਨੇ, ਇਹ ਕਿੰਨੀ ਕੁ ਈਜ਼ੀ ਹੈ ਜਾਂ ਕਿੰਨੀ ਕੁ ਡਿਫਿਕਲਟ ਹੈ ਅੱਜ ਦੇ ਟਾਈਮ ਵਿੱਚ? ਐਕਸੈਸਿਬਿਲਿਟੀ ਦੇ ਬਾਰੇ ਤਾਂ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੰਦੇ ਜਿੰਨੇ ਵੀ ਸਾਡੇ ਕੋਲ ਡਰੱਗ ਐਡਿਕਸ਼ਨ ਦੇ ਕੇਸਿਸ ਆਉਂਦੇ ਆ। ਪਰ ਜਿਹੜੀਆਂ ਓਵਰਡੋਜ਼ ਦੇ ਨਾਲ ਮੌਤਾਂ ਹੁੰਦੀਆਂ ਹਨ ਉਹਦੇ ਵਿੱਚ ਕਾਫੀ ਲੋਕ ਸਾਡੀ ਸਾਊਥ ਏਸ਼ੀਅਨ ਕਮਿਊਨਿਟੀ ਦੇ ਹੁੰਦੇ ਹਨ, ਤੇ ਕਈ ਇੰਟਰਨੈਸ਼ਨਲ ਸਟੂਡੈਂਟਸ ਦੇ ਵੀ ਕੇਸਿਸ ਸੁਣਨ ਨੂੰ ਮਿਲਦੇ ਹਨ ਜਿਨ੍ਹਾਂ ਦੀਆਂ ਓਵਰਡੋਜ਼ ਕਰਕੇ ਮੌਤਾਂ ਹੋਈਆਂ ਹਨ। ਸਾਡੀ ਕਮਿਊਨਿਟੀ ਵਿੱਚ ਇੱਕ ਸਟਿਗਮਾ ਵੀ ਮੌਜੂਦ ਹੈ। ਹੁਣ ਕਈ ਵਾਰੀ ਸਾਨੂੰ ਸੁਣਨ ਨੂੰ ਮਿਲਦਾ ਹੈ ਕਿ ਫੋਰ ਐਗਜ਼ਾਮਪਲ ਇੱਕ 25-26 ਸਾਲ ਦੇ ਨੌਜਵਾਨ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ, ਪਰ ਬਿਹਾਈਂਡ ਦਾ ਸੀਨਸ ਹੋ ਸਕਦਾ ਹੈ ਕਿ ਉਸ ਨੌਜਵਾਨ ਦੀ ਹਾਰਟ ਅਟੈਕ ਦੇ ਨਾਲ ਨਹੀਂ ਬਲਕਿ ਡਰੱਗ ਓਵਰਡੋਜ਼ ਦੇ ਨਾਲ ਮੌਤ ਹੋਈ ਹੋਵੇ। ਪਰ ਸਾਡੀ ਕਮਿਊਨਿਟੀ ਵਿੱਚ ਸਟਿਗਮਾ ਹੋਣ ਕਰਕੇ ਕਈ ਵਾਰੀ ਫਿਰ ਉਹਨੂੰ ਅਸੀਂ ਡਰੱਗ ਓਵਰਡੋਜ਼ ਨਾਲ ਡੈਥ ਦਾ ਲੇਬਲ ਨਹੀਂ ਦਿੰਦੇ, ਜਿਸ ਕਰਕੇ ਮੇਰਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਓਵਰਡੋਜ਼ ਦੇ ਨਾਲ ਮੌਤਾਂ ਹੋਰ ਵੀ ਜ਼ਿਆਦਾ ਹੁੰਦੀਆਂ ਹੁਣ। ਸਟੈਟਸ ਜਿਹੜੀਆਂ ਦੇਖਣ ਨੂੰ ਮਿਲਦੇ ਹਨ ਉਹਦੇ ਨਾਲ ਵੀ ਜ਼ਿਆਦਾ ਮੌਤਾਂ ਹੁੰਦੀਆਂ ਹਨ। ਪਰ ਸਾਹਮਣੇ ਨਹੀਂ ਆਉਂਦੀਆਂ ਲੋਕਾਂ ਦੇ, ਕਿਉਂਕਿ ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਹੈ ਲੋਕੀ ਉਹਦੇ ਨਾਲ ਜਿਹੜੀ ਬਦਨਾਮੀ ਆਉਂਦੀ ਹੈ ਉਹ ਨਹੀਂ ਲੈਣਾ ਚਾਹੁੰਦੇ ਸਿਰ 'ਤੇ, ਤਾਂ ਕਰਕੇ ਉਸ ਚੀਜ਼ ਨੂੰ ਐਕਸੈਪਟ ਨਹੀਂ ਕਰਦੇ। ਜਿਵੇਂ ਹੁਣ ਤੁਸੀਂ ਡਰੱਗਸ ਦੀ ਗੱਲ ਕਰ ਰਹੇ ਹੋ, ਹੁਣ ਅਸੀਂ ਗੱਲ ਕੀਤੀ ਕਿ ਵੀ ਆਹ ਪਰਟੀਕੂਲਰ ਡਰੱਗਸ ਨੇ ਇਹਦੇ ਨਾਲ ਓਵਰਡੋਜ਼ ਹੁੰਦੀ ਆ। ਇਸ ਓਵਰਡੋਜ਼ ਨੂੰ ਪ੍ਰੀਵੈਂਟ ਕਰਨ ਲਈ ਕੋਈ ਕੀ ਕਰ ਸਕਦਾ? ਕੋਈ ਇਹੋ ਜਿਹਾ ਕੋਈ ਟੂਲ ਕਿਟ? ਮੈਂ ਸੁਣਿਆ ਕਿ ਨਾਰਕੈਨ ਕਿਟ ਹੁੰਦੇ ਨੇ, ਉਹਦੇ ਬਾਰੇ ਥੋੜੀ ਜਿਹੀ ਡਿਟੇਲ ਦਿਓ ਕਿ ਵੀ ਨਾਰਕੈਨ ਕਿਟ ਕੀ ਹੁੰਦੀ ਹੈ, ਕਿਵੇਂ ਉਹ ਹੈਲਪ ਕਰਦੀ ਹੈ, ਕੀ ਪ੍ਰੋਸੈਸ ਹੈ ਉਹਦਾ? ਪਹਿਲਾਂ ਤਾਂ ਮੈਂ ਜ਼ਿਕਰ ਕਰਾਂਗਾ ਕਿ ਸਿੰਪਟਮਸ ਕੀ ਹੁੰਦੇ ਹਨ ਓਪੀਓਇਡ ਓਵਰਡੋਜ਼ ਦੇ। ਜਦੋਂ ਕਿਸੇ ਵੀ ਬੰਦੇ ਨੂੰ ਓਪੀਓਇਡ ਓਵਰਡੋਜ਼ ਹੋ ਜਾਂਦਾ ਹੈ, ਉਸਦੇ ਸਿੰਪਟਮਸ, ਉਸਦਾ ਇੱਕ ਸਿੰਪਟਮ ਇਹ ਹੈ ਕਿ ਉਸ ਵਿਅਕਤੀ ਨੂੰ ਸਾਹ ਨਹੀਂ ਆਉਂਦਾ। ਇੱਕ ਤਰ੍ਹਾਂ ਨਾਲ ਤੁਸੀਂ ਹਿਸਾਬ ਲਾਓ, ਜਦੋਂ ਇੰਨਾ ਜ਼ਿਆਦਾ ਡਰੱਗ ਖੂਨ ਦੇ ਰਾਹੀਂ ਦਿਮਾਗ ਤੱਕ ਜਾਂਦਾ ਹੈ, ਤਾਂ ਜਦੋਂ ਦਿਮਾਗ ਦੇ ਰਿਸੈਪਟਰਸ ਉੱਪਰ ਉਹ ਓਪੀਓਇਡ ਐਕਟ ਕਰਦਾ ਹੈ ਤਾਂ ਇੱਕ ਤਰ੍ਹਾਂ ਨਾਲ ਬੰਦੇ ਨੂੰ ਚੇਤੇ ਭੁੱਲ ਜਾਂਦਾ ਹੈ ਕਿ ਸਾਹ ਕਿਵੇਂ ਲੈਣਾ ਹੈ, ਤੇ ਇਸ ਕਰਕੇ ਫਿਰ ਉਸਨੂੰ ਆਕਸੀਜਨ ਨਹੀਂ ਮਿਲਦੀ। ਤੇ ਹੋਰ ਵੀ ਲੱਛਣ ਹੁੰਦੇ ਹਨ ਜਿਵੇਂ ਸਕਿਨ ਗਿੱਲੀ ਚਿਪਚਿਪੀ ਹੋਣੀ, ਚਮੜੀ ਗਿੱਲੀ ਹੋਣੀ, ਤੇ ਹੋਰ ਬੰਦਾ ਅਨਰਿਸਪੌਂਸਿਵ ਹੋ ਜਾਂਦਾ ਹੈ। ਜੇ ਤੁਸੀਂ ਉਸਨੂੰ ਉਠਾਉਣ ਦੀ ਕੋਸ਼ਿਸ਼ ਕਰੋ ਉੱਠੇਗਾ ਨਹੀਂ। ਜਿਹੜੀ ਤੁਸੀਂ ਕਿਟ ਦਾ ਨਾਮ ਲਿਆ ਨਾਰਕੈਨ ਕਿਟ ਕਾਫੀ ਇਫੈਕਟਿਵ ਹੈਗੀ ਆ ਓਪੀਓਇਡ ਓਵਰਡੋਜ਼ ਨੂੰ ਰਿਵਰਸ ਕਰਨ ਦੇ ਲਈ। ਤਾਂ ਨਾਰਕੈਨ ਕਿਟ ਕੀ ਕਰਦੀ ਹੈ ਕਿ ਮੰਨ ਲਓ ਕਿ ਮਤਲਬ ਓਪੀਓਇਡ ਦਾ ਰਿਸੈਪਟਰ ਹੈ, ਤੇ ਹੈਗੀ ਆ ਸਬਸਟੈਂਸ ਨਾਰਕੈਨ ਨੇ ਉਹ ਰਿਸੈਪਟਰ ਨੂੰ ਬਾਈਂਡ ਕਰ ਲੈਣਾ ਜਾ ਕੇ ਓਪੀਓਇਡ ਦੇ ਰਿਸੈਪਟਰ ਨੂੰ, ਤੇ ਫਿਰ ਜਿਹੜਾ ਓਪੀਓਇਡ ਹੈ ਉਹਨੇ ਨਹੀਂ ਬਾਈਂਡ ਕਰ ਪੈਣਾ ਉਹ ਓਪੀਓਇਡ ਰਿਸੈਪਟਰ ਨੂੰ, ਜਿਸ ਕਰਕੇ ਹੁਣ ਉਹ ਓਪੀਓਇਡ ਦਾ ਸਾਰਾ ਅਸਰ ਉਤਰ ਜਾਣਾ
ਤੇ ਫਿਰ ਜਿਹੜੇ ਵਿਅਕਤੀ ਦੀ ਸਾਹ ਲੈਣ ਦੀ ਸ਼ਮਤਾ ਪਹਿਲਾਂ ਘਟੀ ਹੋਈ ਸੀ, ਉਹ ਦੁਬਾਰਾ ਸਾਹ ਲੈ ਸਕਦਾ ਹੈ। ਤੇ ਇਸ ਤਰ੍ਹਾਂ ਫਿਰ ਨਾਰਕੈਨ ਦਾ ਟੀਕਾ ਲਾਉਣ ਦੇ ਨਾਲ ਅਸੀਂ ਜਾਨ ਬਚਾ ਸਕਦੇ ਹਾਂ। ਤੇ ਨਾਰਕੈਨ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਇਹ ਇੰਟਰਾਮਸਕੂਲਰ ਇੰਜੈਕਸ਼ਨ ਹੁੰਦਾ ਹੈ, ਜਿਹੜਾ ਤੁਸੀਂ ਬਾਂਹ ਵਾਲੇ ਮਸਲ ਦੇ ਵਿੱਚ ਇੰਜੈਕਟ ਕਰ ਸਕਦੇ ਹੋ ਜਾਂ ਹੱਟ ਵਾਲੀ ਮਸਲ ਦੇ ਵਿੱਚ ਇੰਜੈਕਟ ਕਰ ਸਕਦੇ ਹੋ, ਤੇ ਇਹਦੀ ਅਸੀਂ ਸਿਖਲਾਈ ਆਪਣੇ ਬੂਥ ਤੇ ਦਿੰਦੇ ਹਾਂ। ਵੈਰੀ ਇੰਟਰਸਟਿੰਗ। ਉਹਦੇ ਬਾਰੇ ਥੋੜਾ ਜਿਹਾ ਗੱਲ ਕਰਦੇ ਹਾਂ, ਜਿਹੜਾ ਇੱਕ ਪ੍ਰੋਸੈਸ ਹੈ ਓਵਰਡੋਜ਼ ਦਾ ਜਿਹੜਾ ਹੁੰਦਾ, ਕਿੰਨੀ ਦੇਰ ਲੱਗਦੀ ਹੈ? ਸੋ ਸੇ ਫॉर ਐਗਜ਼ਾਮਪਲ ਕੋਈ ਕਿਸੇ ਬੰਦੇ ਨੇ ਕਿਸੇ ਤਰੀਕੇ ਦਾ ਡਰਗ ਕੰਜ਼ਿਊਮ ਕੀਤਾ ਜਿਹਦੇ ਵਿੱਚ ਫੈਂਟਨਿਲ ਲੈਟਸ ਸੇ ਮਿਕਸਡ ਅਪ ਹੈ, ਜਦੋਂ ਤੋਂ ਉਹਨਾਂ ਨੇ ਕੰਜ਼ਿਊਮ ਕੀਤਾ ਉਦੋਂ ਤੋਂ ਓਵਰਡੋਜ਼ ਤੱਕ ਦੀ ਉਹ ਡਿਊਰੇਸ਼ਨ ਜਿਹੜੀ ਹੈ ਉਹ ਕਿੰਨੀ ਹੁੰਦੀ ਹੈ, ਜਾਂ ਉਹ ਡਿਪੈਂਡ ਕਰਦੀ ਹੈ ਵੇਰੀਏਬਲ ਫੈਕਟਰਸ ਦੇ ਉੱਤੇ? ਹਾਂਜੀ, ਉਹ ਵੇਰੀਏਬਲ ਫੈਕਟਰਸ ਉੱਪਰ ਡਿਪੈਂਡ ਕਰਦੀ ਹੈ, ਕਿਉਂਕਿ ਡਰੱਗ ਲੈਣ ਦੇ ਕਈ ਤਰੀਕੇ ਹੁੰਦੇ ਹਨ, ਜਿਵੇਂ ਇੰਟਰਾਵੀਨਸ ਤਰੀਕੇ ਨਾਲ ਡਰੱਗ ਲੈਣਾ ਜਾਂ ਓਰਲੀ ਡਰੱਗ ਲੈਣਾ। ਉਹਦੇ ਲਈ ਵੀ ਇੱਕ ਬਲੱਡ ਦੇ ਵਿੱਚ ਇੱਕ ਥ੍ਰੈਸ਼ਹੋਲਡ ਹੁੰਦਾ ਹੈ ਕਿ ਕਿੰਨਾ ਕੁ ਡਰੱਗ ਹੋਣਾ ਚਾਹੀਏ, ਕਿੰਨਾ ਕੁ ਫੈਂਟਾਨਿਲ ਜਾਂ ਜਿਹੜਾ ਵੀ ਉਹਨੇ ਓਪੀਓਇਡ ਲਿਆ ਹੈ, ਤਾਂ ਕਿ ਉਸਨੂੰ ਓਵਰਡੋਸ ਹੋਵੇ। ਤੇ ਇਸ ਦੇ ਵਿੱਚ ਇੱਕ ਹੋਰ ਫੈਕਟਰ ਇਹ ਵੀ ਆਉਂਦਾ ਹੈ ਕਿ ਡਰੱਗ ਕਈ ਲੋਕਾਂ ਨੂੰ ਜ਼ਿਆਦਾ ਅਸਰ ਕਰਦੀ ਹੈ ਤੇ ਕਈਆਂ ਨੂੰ ਘੱਟ ਅਸਰ ਕਰਦੀ ਹੈ। ਜਿਵੇਂ ਕਿ ਮੇਰੇ ਐਕਸਪੀਰੀਅੰਸ ਦੇ ਵਿੱਚ ਇਹ ਵੀ ਮੈਂ ਦੇਖਿਆ ਹੈ ਕਿ ਜਿਹੜੇ ਲੋਕਾਂ ਨੇ ਡਰੱਗ ਕਾਫੀ ਲੰਬੇ ਸਮੇਂ ਤੋਂ ਛੱਡਿਆ ਹੋਵੇ, ਮੰਨ ਲਓ ਉਹ ਰਿਕਵਰੀ 'ਚ ਵੀ ਗਏ ਹੋਣ, ਉਹਨਾਂ ਨੇ ਐਡਿਕਸ਼ਨ ਟਰੀਟਮੈਂਟ ਵੀ ਲਿਆ ਹੋਵੇ, ਜਦੋਂ ਉਹ ਲੋਕ ਰੀਲੈਪਸ ਕਰਦੇ ਹਨ, ਜਦੋਂ ਉਹ ਦੁਬਾਰਾ ਫਿਰ ਤੋਂ ਸੇਵਨ ਕਰਨਾ ਸ਼ੁਰੂ ਕਰਦੇ ਹਨ, ਤਾਂ ਹੁਣ ਉਹਨਾਂ ਦੀ ਜਿਹੜੀ ਬਾਡੀ ਹੈ, ਉਹਨਾਂ ਦੀ ਬਾਡੀ ਉਹ ਜਿਹੜੀ ਡਰੱਗ ਦੀ ਮਾਤਰਾ ਉਹ ਪਹਿਲਾਂ ਲੈਂਦੇ ਹੁੰਦੇ ਸੀਗੇ, ਹੁਣ ਉਹੀ ਮਾਤਰਾ ਨਾਲ ਸਟਰੋਂਗਰ ਇਫੈਕਟ ਹੁੰਦਾ ਹੈ ਉਹਨਾਂ ਦੀ ਬਾਡੀ ਤੇ ਜਿਸ ਕਰਕੇ ਜਿਹੜੀ ਡਰੱਗ ਦੀ ਮਾਤਰਾ ਉਹਨਾਂ ਦੇ ਲਈ ਪਹਿਲਾਂ ਨਾਰਮਲ ਹੁੰਦੀ ਸੀ, ਹੁਣ ਉਹੀ ਮਾਤਰਾ ਦੇ ਨਾਲ ਉਹਨਾਂ ਨੂੰ ਓਵਰਡੋਸ ਹੋ ਸਕਦਾ ਹੈ। ਤੇ ਇਹਦੇ ਵਿੱਚ ਕਾਫੀ ਵੇਰੀਏਬਲ ਫੈਕਟਰਸ ਹੈ ਕਿ ਕਿੰਨੀ ਕੁ ਡਰੱਗ ਹੋਣੀ ਚਾਹੀਦੀ ਹੈ ਖੂਨ ਦੇ ਵਿੱਚ ਤਾਂ ਕਿ ਤੁਹਾਨੂੰ ਓਵਰਡੋਸ ਹੋਵੇ। ਪਰ ਜੇ ਤੁਹਾਨੂੰ ਓਵਰਡੋਸ ਹੋ ਜਾਂਦਾ ਹੈ ਤਾਂ ਤੁਹਾਡੀ ਬਾਡੀ ਨੂੰ ਆਕਸੀਜਨ ਨਹੀਂ ਮਿਲਦੀ, ਕਿਉਂਕਿ ਤੁਹਾਡੀ ਸਾਹ ਲੈਣ ਦੀ ਪ੍ਰਕਿਰਿਆ ਰੁਕੀ ਹੁੰਦੀ ਹੈ, ਤੇ ਜਿਸ ਕਰਕੇ ਤੁਹਾਡੀ 4-5 ਮਿੰਟ ਦੇ ਵਿੱਚ ਮੌਤ ਹੋ ਸਕਦੀ ਹੈ ਜੇ ਕਿਸੇ ਨੇ ਤੁਹਾਡੀ ਆ ਕੇ ਤੁਹਾਨੂੰ ਫਰਸਟ ਏਡ ਨਹੀਂ ਦਿੱਤੀ ਜਾਂ ਤੁਹਾਨੂੰ ਆਰਟੀਫੀਸ਼ੀਅਲ ਬਰੀਥਿੰਗ ਨਹੀਂ ਦਿੱਤੀ। ਤੇ ਜਦੋਂ ਲੈਟਸ ਸੇ ਜਿਹੜੀ ਇਹ ਫਰਸਟ ਏਡ ਕਿਟ ਹੈ ਜਾਂ ਨਾਰਕੈਨ ਕਿਟ ਹੈ, ਜਦੋਂ ਤੁਸੀਂ ਲਾਈ, ਉਹਦਾ ਕਿੰਨੀ ਕੁ ਦੇਰ ਦੇ ਵਿੱਚ ਅਸਰ ਹੁੰਦਾ ਫਰੋਮ ਦਾ ਟਾਈਮ ਜਦੋਂ ਤੁਸੀਂ ਇੰਜੈਕਟ ਕੀਤਾ ਇੰਜੈਕਸ਼ਨ, ਕਿੰਨੀ ਦੇਰ ਤੱਕ, ਕਿੰਨੇ ਸੈਕਿੰਡ ਮਿੰਟ ਦੇ ਵਿੱਚ ਤੁਸੀਂ ਉਹਦਾ ਫਰਕ ਦੇਖ ਸਕਦੇ ਹੋ, ਤੇ ਉਹਦੇ ਬਾਅਦ ਦਾ ਪ੍ਰੋਸੈਸ ਕੀ ਹੁੰਦਾ? ਹਾਂਜੀ, ਤਾਂ ਜਦੋਂ ਅਸੀਂ ਇੱਕ ਡੋਜ਼ ਇੰਜੈਕਟ ਕਰ ਦਿੱਤੀ ਨਾਰਕੈਨ ਦੀ, ਉਸ ਤੋਂ ਬਾਅਦ ਤੁਹਾਨੂੰ 4 ਤੋਂ 5 ਮਿੰਟ ਵੇਟ ਕਰਨੀ ਚਾਹੀਦੀ ਹੈ। ਤੇ ਇਨ ਦਾ ਮੀਨ ਟਾਈਮ ਉਹਨਾਂ 4-5 ਮਿੰਟ ਦੇ ਵਿੱਚ ਤੁਸੀਂ ਉਸਨੂੰ ਆਰਟੀਫੀਸ਼ੀਅਲ ਬਰੀਥਿੰਗ ਵੀ ਦਿੰਦੇ ਹੋ, ਤੁਸੀਂ ਉਸਨੂੰ, ਤਾਂ ਕਿ ਉਸਨੂੰ ਆਕਸੀਜਨ ਮਿਲਦੀ ਰਹੇ। ਜੇ 4-5 ਮਿੰਟ, ਉਹਨਾਂ 4-5 ਮਿੰਟ ਦੇ ਵਿੱਚ ਉਸ ਵਿਅਕਤੀ ਨੂੰ ਨਹੀਂ ਹੋਸ਼ ਆਉਂਦੀ, ਫਿਰ ਤੁਸੀਂ ਨਾਰਕੈਨ ਦੀ ਇੱਕ ਡੋਜ਼ ਹੋਰ ਇੰਜੈਕਟ ਕਰ ਦਿਓ ਉਸ ਤੋਂ ਬਾਅਦ। ਤੇ ਦੂਜੀ ਡੋਜ਼ ਇੰਜੈਕਟ ਕਰਨ ਤੋਂ ਬਾਅਦ 4-5 ਮਿੰਟ ਵੇਟ ਕਰਨ ਤੋਂ ਬਾਅਦ ਜੇ ਫਿਰ ਵੀ ਨਹੀਂ ਹੋਸ਼ ਆਉਂਦੀ, ਫਿਰ ਤੁਸੀਂ ਇੱਕ ਡੋਜ਼ ਹੋਰ ਇੰਜੈਕਟ ਕਰ ਦਿਓ। ਮੇਰਾ ਜਵਾਬ ਤਾਂ ਫਿਰ ਇਹ ਹੈ ਕਿ ਇਹਦੇ ਵਿੱਚ ਵੀ ਕਾਫੀ ਜਿੱਦਾਂ ਕਾਫੀ ਵੇਰੀਏਬਲ ਚੀਜ਼ ਹੈ ਕਿ ਕਿੰਨੀ ਕੁ ਵਾਰੀ ਨਾਰਕੈਨ ਇੰਜੈਕਟ ਕਰਨਾ ਪਵੇ। ਪਰ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ, ਜਿਸ ਕਰਕੇ ਜੇ ਤੁਹਾਡੇ ਕੋਲ ਨਾਰਕੈਨ ਕਿਟ ਮੌਜੂਦ ਹੈ, ਤੁਸੀਂ ਹੋ ਸਕਦਾ ਹੈ ਕਿ ਤੁਹਾਨੂੰ ਇੱਕ ਤੋਂ ਵੱਧ ਕਿਟ ਦੀ ਲੋੜ ਪਵੇ। ਮੈਂ ਪਿੱਛੇ ਜਿਹੇ ਇੱਕ ਕੇਸ ਮੈਂ ਇੱਦਾਂ ਦਾ ਸੁਣਿਆ ਸੀ ਕਿ ਉਹਨਾਂ ਨੂੰ 8-9 ਡੋਸੇਸ ਨਾਰਕੈਨ ਦੀਆਂ ਇੰਜੈਕਟ ਕਰਨੀਆਂ ਵਾਓ, ਪਈਆਂ, ਤਾਂ ਕਰਕੇ ਉਸ ਵਿਅਕਤੀ ਨੂੰ ਹੋਸ਼ ਆਇਆ। ਵਾਓ। ਤੇ ਜੋ ਨਾਰਕੈਨ ਹੈ, ਇਹ ਇੱਕ ਸਿਰਫ ਪਾਰਟਿਕੂਲਰ ਜਿਹੜੀ ਆਪਾਂ ਗੱਲ ਕੀਤੀ ਹੈ, ਜਿਵੇਂ ਫੀਮ ਦੇ ਕੇਸ ਦੇ ਵਿੱਚ ਓਪੀਓਇਡ ਸਿਰਫ ਉਹਦੇ ਲਈ ਕੰਮ ਕਰਦੀ ਹੈ ਕਿ ਬਾਕੀ ਵੀ ਹੋਰ ਤਰ੍ਹਾਂ ਦੇ ਵੀ ਓਵਰਡੋਸਿਸ ਲਈ ਕੰਮ ਕਰਦੀ ਹੈ? ਜਿਹੜੀ ਨਾਰਕੈਨ ਹੈ ਇਹ ਸਿਰਫ ਓਪੀਓਇਡ ਓਵਰਡੋਜ਼ ਨੂੰ ਹੀ ਰੋਕਦੀ ਹੈ। ਜੇ ਉਸ ਬੰਦੇ ਨੇ ਕੋਈ ਹੋਰ ਪ੍ਰਕਾਰ ਦਾ ਨਸ਼ਾ ਲਿਆ ਹੈ, ਜਿਵੇਂ ਜੇ ਉਹਨੇ ਸਟਿਮੂਲੈਂਟ ਲਿਆ ਹੈ, ਕੋਈ ਹੈਲੂਸੀਨੋਜਨ ਲਿਆ ਹੈ, ਜਾਂ ਜੇ ਉਸਨੂੰ ਐਲਕੋਹਲ ਪੋਇਜ਼ਨਿੰਗ ਹੋਈ ਹੈ, ਤਾਂ ਉਹਦੇ ਲਈ ਨਾਰਕੈਨ ਅਸਰ ਨਹੀਂ ਕਰੂੰਗੀ। ਪਰ ਜੇ ਤੁਸੀਂ ਸ਼ੋਰ ਨਹੀਂ ਹੋ ਕਿ ਉਹ ਬੇਹੋਸ਼ ਹੋਏ ਬੰਦੇ ਨੇ ਕਿਹੜਾ ਨਸ਼ਾ ਲਿਆ ਹੈ, ਫਿਰ ਵੀ ਤੁਸੀਂ ਨਾਰਕੈਨ ਜ਼ਰੂਰ ਇੰਜੈਕਟ ਕਰੋ, ਕਿਉਂਕਿ ਨਾਰਕੈਨ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਓਕੇ। ਤੁਸੀਂ ਇੱਕ ਪੁਆਇੰਟ ਰੇਜ਼ ਕੀਤਾ ਉੱਥੇ ਐਲਕੋਹਲ ਪੋਇਜ਼ਨਿੰਗ ਦਾ। ਅਸੀਂ ਗੱਲ ਕਰ ਰਹੇ ਹਾਂ ਓਪੀਓਇਡਸ ਦੀ ਅਤੇ ਡਰੱਗਸ ਦੀ। ਤੁਹਾਡੇ ਐਕਸਪੀਰੀਅੰਸ ਦੇ ਵਿੱਚ ਜੋ ਐਲਕੋਹਲ ਹੈ, ਉਹਨੂੰ ਵੀ ਤੁਸੀਂ ਕੰਸੀਡਰ ਕਰਦੇ ਹੋ ਐਜ਼ ਅ ਸਬਸਟੈਂਸ ਅਬਿਊਜ਼ ਐਂਡ ਐਡਿਕਸ਼ਨ, ਜਾਂ ਫਿਰ ਉਹ ਇਸ ਲਿਸਟ ਦੇ ਵਿੱਚ ਨਹੀਂ ਆਉਂਦਾ?
ਹਾਂਜੀ, ਐਲਕੋਹਲਿਜ਼ਮ ਦੀ ਪ੍ਰੋਬਲਮ ਵੀ ਡੈਫੀਨਿਟਲੀ ਸਬਸਟੈਂਸ ਯੂਜ਼ ਡਿਸਆਰਡਰ ਦੇ ਵਿੱਚ ਆਉਂਦੀ ਹੈ। ਪਰ ਜਿਹੜਾ ਸਾਡੀ ਆਰਗੇਨਾਈਜੇਸ਼ਨ ਦਾ ਏਜੰਡਾ ਹੈ ਜਾਂ ਗੋਲ ਹੈ, ਉਸ ਦੇ ਵਿੱਚ ਅਸੀਂ ਐਲਕੋਹਲਿਜ਼ਮ ਤੇ ਇੰਨਾ ਫੋਕਸ ਨਹੀਂ ਕਰਦੇ, ਕਿਉਂਕਿ ਸਾਡੇ ਦਿਮਾਗ ਵਿੱਚ ਹਮੇਸ਼ਾ ਓਪੀਓਇਡ ਓਵਰਡੋਜ਼ ਇਸ ਕਰਕੇ ਹੁੰਦੀ ਹੈ ਕਿਉਂਕਿ ਇਸ ਦੇ ਨਾਲ ਰੋਜ਼ 6 ਤੋਂ 7 ਲੋਕ ਮਰਦੇ ਆ BC ਦੇ ਵਿੱਚ Wow. ਓਪੀਓਇਡ ਓਵਰਡੋਜ਼ ਦੇ ਨਾਲ। ਤੇ ਇਹ ਜਿੱਦਾਂ ਕਾਫੀ ਵੱਡਾ ਨੰਬਰ ਹੈ ਤੇ ਜਿਸ ਕਰਕੇ ਫਿਰ ਸਾਡਾ ਜਿਹੜਾ ਮੇਨ ਫੋਕਸ ਹੈ ਉਹ ਓਪੀਓਇਡ ਓਵਰਡੋਜ਼ ਤੇ ਹੀ ਹੁੰਦਾ ਹੈ। ਪਰ ਇਸ ਤੋਂ ਇਲਾਵਾ ਜੇ ਕੋਈ ਲੋਕ ਮਤਲਬ ਕਿ ਕਿਸੇ ਨੂੰ ਰੀਸੋਰਸਿਸ ਦੀ ਲੋੜ ਹੈ ਜਾਂ ਕਿਸੇ ਨੂੰ ਕਾਉਂਸਲਿੰਗ ਦੀ ਲੋੜ ਹੈ ਐਲਕੋਹਲਿਜ਼ਮ ਨਾਲ ਡੀਲ ਕਰਨ ਦੇ ਲਈ ਜਾਂ ਕੋਈ ਹੋਰ ਸਬਸਟੈਂਸ ਯੂਜ਼ ਡਿਸਆਰਡਰਸ ਦੇ ਨਾਲ ਡੀਲ ਕਰਨ ਦੇ ਲਈ, ਤਾਂ ਉਹ ਲੋਕ ਸਾਨੂੰ ਸਾਡੇ ਇੰਸਟਾਗ੍ਰਾਮ ਅਕਾਊਂਟ ਤੇ ਵੀ ਕੰਟੈਕਟ ਕਰਦੇ ਹਨ ਤੇ ਫਿਰ ਅਸੀਂ ਉਹਨਾਂ ਦੀ ਕਾਉਂਸਲਰਸ ਦੇ ਨਾਲ ਅਪਾਇੰਟਮੈਂਟ ਬੁੱਕ ਕਰ ਦਿੰਦੇ ਹਾਂ। Okay. So question on that, ਜਿਹੜੀ ਤੁਸੀਂ ਹੁਣ point raise ਕੀਤਾ ਕਰਨ, let's say ਕੋਈ ਇੱਕ ਬੰਦਾ ਜਿਹੜਾ ਸਫਰ ਕਰ ਰਿਹਾ ਹੈ through substance abuse or addiction ਦੇ ਵਿੱਚ, ਤੇ ਉਹਨੂੰ ਮਦਦ ਦੀ ਲੋੜ ਹੈ, ਉਹਦਾ process ਕੀ ਹੈ? ਤੁਹਾਨੂੰ ਕਿਵੇਂ, ਤੁਸੀਂ obviously ਦੱਸਿਆ ਤੁਹਾਡੇ Instagram ਤੇ ਜਾਂ ਤੁਹਾਨੂੰ email ਤੇ contact ਕਰ ਸਕਦੇ ਆ, ਤੇ ਉਹ ਤੋਂ ਬਾਅਦ ਦਾ ਜਿਹੜਾ process ਹੁੰਦਾ ਉਹ ਕਿਵੇਂ ਹੁੰਦਾ? ਕਿਵੇਂ ਦੀ counseling ਹੈ? ਕੀ ਉਹਦਾ timeline ਹੁੰਦੀ ਹੈ? ਤੇ ਹੋਰ ਕੀ resources ਤੁਸੀਂ ਨੇ ਜਿਹੜੇ ਕੋ particular individual ਨੂੰ provide ਕਰਦੇ ਹੋ? ਫਰੇਜ਼ਰ ਹੈਲਥ ਦਾ ਇੱਕ ਕਲੀਨਿਕ ਹੈ, ਉਸ ਦਾ ਨਾਮ ਹੈ ਰੋਸ਼ਨੀ ਕਲੀਨਿਕ, ਸਰੀ ਦੇ ਵਿੱਚ। ਰੋਸ਼ਨੀ ਕਲੀਨਿਕ ਐਡਿਕਸ਼ਨ ਟ੍ਰੀਟਮੈਂਟ ਦੇ ਲਈ ਹੈ ਤੇ ਜਦੋਂ ਵੀ ਸਾਡੇ ਕੋਲ ਕੇਸਿਸ ਆਉਂਦੇ ਹਨ ਡਰੱਗ ਐਡਿਕਸ਼ਨ ਦੇ, ਅਸੀਂ ਉਹਨਾਂ ਦੀ ਰੋਸ਼ਨੀ ਕਲੀਨਿਕ ਦੇ ਨਾਲ ਅਪਾਇੰਟਮੈਂਟ ਬੁੱਕ ਕਰ ਦਿੰਦੇ ਹਾਂ। ਉਸ ਤੋਂ ਇਲਾਵਾ ਸਾਡੇ ਕਈ ਹੋਰ ਆਰਗੇਨਾਈਜੇਸ਼ਨ ਦੇ ਨਾਲ ਵੀ ਕਨੈਕਸ਼ਨਸ ਹਨ, ਜਿਵੇਂ ਕਿ ਇੱਕ ਆਰਗੇਨਾਈਜੇਸ਼ਨ ਹੈ ਮੂਵਿੰਗ ਫਾਰਵਰਡ ਫੈਮਿਲੀ ਸਰਵਿਸਿਜ਼, ਤੇ ਜਿਹੜੇ ਮੂਵਿੰਗ ਫਾਰਵਰਡ ਫੈਮਿਲੀ ਸਰਵਿਸਿਜ਼ ਵਾਲੇ ਹਨ ਉਹ ਵੀ ਕਾਉਂਸਲਿੰਗ ਪ੍ਰੋਵਾਈਡ ਕਰਦੇ ਹਨ ਤੇ ਮੂਵਿੰਗ ਫਾਰਵਰਡ ਵਾਲਿਆਂ ਦੇ ਜਿਹੜੇ ਕਾਉਂਸਲਰਸ ਹਨ ਉਹਨਾਂ ਦੇ ਨਾਲ ਵੀ ਅਸੀਂ ਅਪਾਇੰਟਮੈਂਟ ਬੁੱਕ ਕਰ ਦਿੰਦੇ ਹਾਂ। ਉਸ ਤੋਂ ਇਲਾਵਾ ਸਾਊਥ ਏਸ਼ੀਅਨ ਮੈਂਟਲ ਹੈਲਥ ਅਲਾਇੰਸ ਦੇ ਵਿੱਚ ਜਿਹੜੇ ਕੁਲਪ੍ਰੀਤ ਸਿੰਘ, ਉਹਨਾਂ ਨੂੰ ਵੀ ਕਾਫੀ ਐਕਸਪੀਰੀਅੰਸ ਹੈ ਮੈਂਟਲ ਹੈਲਥ ਦੇ ਫੀਲਡ ਦੇ ਵਿੱਚ, ਤੇ ਅਸੀਂ ਕੁਲਪ੍ਰੀਤ ਸਿੰਘ ਹੁਣਾਂ ਦੇ ਨਾਲ ਵੀ ਕਈ ਵਾਰੀ ਇੱਦਾਂ ਦੇ ਕੇਸਿਸ ਜਦੋਂ ਆਉਂਦੇ ਹਨ ਕਨੈਕਟ ਕਰ ਦਿੰਦੇ ਹਾਂ। ਵੈਰੀ ਇੰਟਰਸਟਿੰਗ। ਕਰਨ, ਤੁਸੀਂ ਇੱਕ ਬਹੁਤ ਜਿਹੜਾ ਉੱਥੇ ਸਟਾਰਟ ਸੀਗਾ ਰੇਸ ਕੀਤਾ ਇਨ ਟਰਮਸ ਆਫ ਨੰਬਰ ਆਫ ਡੈਥਸ ਜਿਹੜੀਆਂ ਨੇ ਜੋ ਓਵਰਡੋਜ਼ ਦੇ ਕਰਕੇ ਅੱਜ ਦੇ ਟਾਈਮ ਦੇ ਵਿੱਚ ਹੋ ਰਹੀਆਂ ਨੇ, ਮੈਂ ਥੋੜੀ ਰਿਸਰਚ ਕੀਤੀ ਸੀ ਤੇ ਮੇਰੇ ਕੋਲ ਥੋੜੇ ਨੰਬਰਸ ਪਏ ਨੇ। ਮੈਂ ਉਹ ਨੰਬਰਸ ਦੇ ਉੱਤੇ ਥੋੜਾ ਫਿਗਰਸ ਐਂਡ ਸਟਾਰਟਸ ਦੇ ਉੱਤੇ ਥੋੜਾ ਚਾਨਣ ਪਾਉਣਾ ਚਾਹੁੰਦਾ, ਕਿਉਂਕਿ ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਕਿ ਅਸੀਂ ਸਮਝੀਏ ਕਿ ਇਹਦੇ ਜਿਹੜਾ ਇੰਪੈਕਟ ਹੈ ਉਹ ਕੀ ਹੈ ਨਾ, ਐਕਚੁਅਲ 'ਚ ਜਿਹੜੀਆਂ ਡੈਥਸ ਨੇ ਜਾਂ ਓਵਰਡੋਜ਼ਸ ਨੇ ਉਹ ਕਿੰਨੀਆਂ ਨੇ। ਤੇ I'll read these numbers, ਉਹ ਤੋਂ ਬਾਅਦ I want to have your opinion ਇਹਦੇ ਉੱਤੇ ਕਿ ਐਕਿਊਰੇਟ ਹੈ, ਤੁਸੀਂ ਇਹੀ ਦੇਖ ਰਹੇ ਹੋ ਕਿ ਨਹੀਂ। ਰੀਸੈਂਟ ਇੱਕ ਰਿਪੋਰਟ ਸੀਗੀ BC ਐਮਰਜੈਂਸੀ ਹੈਲਥ ਸਰਵਿਸਿਜ਼ ਦੀ, ਜਿਹੜੀ ਉਹਨਾਂ ਨੇ ਲਾਂਚ ਕੀਤੀ ਹੈ। ਉਹਦੇ ਵਿੱਚ ਉਹ ਦੱਸਿਆ ਗਿਆ ਕਿ 2022 ਦੇ ਵਿੱਚ BC ਆਪਣੇ ਏਰੀਆ ਦੇ ਵਿੱਚ 33,500 33,500 ਜਿਹੜੀਆਂ ਕਾਲ ਨੇ ਓਵਰਡੋਜ਼ ਤੋਂ ਰਿਲੇਟਡ ਇੱਕ ਸਾਲ ਦੇ ਵਿੱਚ ਉਹਨਾਂ ਨੂੰ ਆਈਆਂ ਨੇ। ਇਹ ਇੱਕ ਮਹੀਨੇ ਦੇ ਵਿੱਚ 2800 ਕਾਲਾਂ ਨੇ ਤੇ ਐਵਰੇਜ ਡੇਲੀ 92 ਕਾਲਸ ਨੇ ਜਿਹੜੀਆਂ ਉਹਨਾਂ ਨੂੰ ਸਿਰਫ ਓਵਰਡੋਜ਼ ਤੋਂ ਰਿਲੇਟਡ ਆਈਆਂ ਨੇ। ਪਿਛਲੇ ਸਾਲ ਦੇ ਵਿੱਚ 2272 2272 ਡੈਥਸ ਨੇ ਜਿਹੜੀ ਉਹ BC ਪ੍ਰੋਵਿੰਸ ਦੇ ਵਿੱਚ ਡਰੱਗ ਓਵਰਡੋਜ਼ ਦੇ ਕਰਕੇ ਹੋਈਆਂ ਨੇ। ਇਹ ਜਿਹੜਾ ਨੰਬਰ ਹੈ 400% ਇਨਕਰੀਜ਼ ਹੋ ਚੁੱਕਾ ਹੈ ਪਿਛਲੇ 7 ਸਾਲਾਂ ਦੇ ਵਿੱਚ। ਤੁਸੀਂ ਜਿਹੜਾ ਨੰਬਰ ਦੱਸਿਆ 6.4 ਡੈਥਸ ਪਰ ਡੇ, ਉਹ ਨੰਬਰ ਵੀ ਐਕੂਰੇਟ ਹੈ। ਹੋਰ ਇਹਦੇ ਵਿੱਚ ਜਿਹੜੀ ਫਰਦਰ ਇਵੈਲੂਏਸ਼ਨ ਕੀਤੀ ਗਈ ਹੈ, ਇਹਦੇ ਵਿੱਚ 70% ਜਿਹੜੇ ਲੋਕ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਉਹ 30 ਤੋਂ 60 ਸਾਲ ਦੀ ਉਮਰ ਦੇ ਵਿੱਚ ਨੇ, ਤੇ 79% ਉਹਨਾਂ ਦੇ ਵਿੱਚੋਂ ਜੋ ਨੇ ਉਹ ਮੋਸਟਲੀ ਮੇਲ ਪੋਪੂਲੇਸ਼ਨ ਹੈ। ਆਲਮੋਸਟ 80% ਜਿਹੜੇ ਨੇ ਉਹ ਮੇਲਸ ਨੇ। ਟੌਪ 3 ਸ਼ਹਿਰ BC ਦੇ ਵਿੱਚ ਜਿਹੜੇ ਓਵਰਡੋਜ਼ ਦੀ ਡੈਥ ਦੇ ਵਿੱਚ ਨੇ ਉਹ ਰੈਂਕ ਕਰ ਰਿਹਾ 7800 ਦੇ ਨਾਲ। ਉਹ ਤੋਂ ਬਾਅਦ ਸਰੀ ਐਂਡ ਦੈਨ ਉਹ ਤੋਂ ਬਾਅਦ ਵਿਕਟੋਰੀਆ ਦੇ ਵਿੱਚ ਜਿਹੜੀ ਮੋਸਟ ਡੈਥਸ ਦੇਖੀਆਂ ਜਾ ਰਹੀਆਂ ਨੇ। ਹੋਰ ਉਹ ਤੋਂ ਬਾਅਦ 84% ਜਿਹੜੀਆਂ ਡੈਥਸ ਨੇ ਇਹ ਉਹਨਾਂ ਨੇ ਰੈਕਗਨਾਈਜ਼ ਕੀਤਾ ਹੈ ਕਿ ਘਰ ਦੇ ਰੈਜ਼ੀਡੈਂਸ਼ੀਅਲ ਤੁਹਾਡੇ এনवायरमेंट ਦੇ ਵਿੱਚ ਹੋ ਰਹੀਆਂ ਨੇ, ਇਹ ਕੋਈ ਬਾਹਰ ਨਹੀਂ ਹੋ ਰਹੀ ਹੈ, ਬੰਦਾ ਘਰੇ ਬੈਠਾ। ਇਹ ਡੈਥਸ ਮੋਸਟਲੀ ਇਨਸਾਈਡ এনवायरमेंट ਦੇ ਵਿੱਚ ਨੇ, ਤੇ ਸਿਰਫ 15% ਜਿਹੜੀਆਂ ਡੈਥਸ ਨੇ ਉਹ ਬਾਹਰ ਪਾਰਕਿੰਗ ਲੋਟ ਜਾਂ ਪਾਰਕ ਜਾਂ ਕਿਤੇ ਹੋਰ ਆਊਟਡੋਰ এনवायरमेंट्स ਦੇ ਵਿੱਚ ਨੇ। ਜਿਵੇਂ ਤੁਸੀਂ ਹਾਈਲਾਈਟ ਕੀਤਾ 85% ਇਹਦੇ ਵਿੱਚੋਂ ਜਿਹੜਾ ਡੈਥ ਦਾ ਕਾਜ਼ ਹੈ ਉਹ ਫੈਂਟਨਲ ਹੈ। ਤੇ ਇੱਕ ਰਿਪੋਰਟ ਹੋਰ ਹੈ ਉਹ 2019 ਦੇ ਵਿੱਚ ਇਹ ਰਿਲੀਜ਼ ਕੀਤੀ ਸੀ ਉਹਨਾਂ ਨੇ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਸਪੈਸੀਫਿਕਲੀ ਆਲਮੋਸਟ 260% ਦਾ ਜਿਹੜਾ ਇਨਕਰੀਜ਼ ਹੈ ਓਵਰਡੋਜ਼ਸ ਦਾ ਹੋ ਚੁੱਕਾ।
ਜੇ ਉਹ ਕਹਿੰਦੇ ਨੇ ਕਿ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ 1000 ਦੇ ਵਿੱਚੋਂ 186 ਬੰਦੇ ਓਵਰਡੋਜ਼ ਦਾ ਸ਼ਿਕਾਰ ਹੋ ਸਕਦੇ ਨੇ। ਜੇ ਤੁਸੀਂ ਇਹਨੂੰ ਫਰਦਰ ਬ੍ਰੇਕਡਾਊਨ ਕਰਦੇ ਹੋ, ਨੰਬਰ 18 ਹਰ 100 ਬੰਦਿਆਂ ਦੇ ਵਿੱਚੋਂ ਤੇ ਹਰ 10 ਬੰਦਿਆਂ ਦੇ ਵਿੱਚੋਂ 1.8, ਵਿਚ ਆਲਮੋਸਟ ਮੀਨਸ ਕਿ 2 ਬੰਦੇ ਹਰ 10 ਬੰਦਿਆਂ ਦੇ ਗਰੁੱਪ ਵਿੱਚੋਂ ਓਵਰਡੋਜ਼ ਦਾ ਸ਼ਿਕਾਰ ਹੋ ਸਕਦੇ ਆ। ਇਹ ਜਿਹੜੇ ਨੰਬਰ ਨੇ, ਸਟੈਟਸ ਨੇ, ਇੱਕ ਲਾਸਟ ਜਿਹੜਾ ਹੋਰ ਇਹ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵੱਲੋਂ ਸਟੇਟਮੈਂਟ ਸੀਗੀ ਸਾਲ ਦੀ ਸਟਾਰਟਿੰਗ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ $2 ਲੱਖ ਆਲਮੋਸਟ ਸਪੈਂਡ ਹੋ ਚੁੱਕਾ ਹੈ ਇਹ ਸਿਰਫ ਫਿਊਨਰਲ ਸਰਵਿਸਿਜ਼ ਅਰੇਂਜ ਕਰਨ ਦੇ ਵਿੱਚ। ਇਹ ਉਹ ਲੋਕ ਨੇ ਜੋ ਇਮੀਗ੍ਰੈਂਟ ਕੈਨੇਡਾ ਆਏ ਸੀਗੇ, ਜਿਨ੍ਹਾਂ ਦੀ ਇੱਥੇ ਓਵਰਡੋਜ਼ ਦੇ ਕਰਕੇ ਜਾਂ ਬਾਕੀ ਰੀਜ਼ਨਸ ਦੇ ਕਰਕੇ ਡੈਥ ਹੋਈ ਹੈ, ਤੇ ਜਿਨ੍ਹਾਂ ਦੀ ਬੋਡੀਜ਼ ਵਾਪਸ ਭੇਜਣ ਦੇ ਵਿੱਚ ਉਹ $2 ਲੱਖ ਦਾ ਖਰਚਾ ਹਜੇ ਤੱਕ ਹੋ ਚੁੱਕਿਆ। ਇਹ ਬਹੁਤ ਹੀ ਡਿਸਟਰਬਿੰਗ ਤੁਸੀਂ ਕਹਿ ਸਕਦੇ ਹੋ ਨੰਬਰਸ ਨੇ, ਇਹ ਤੇ ਬਹੁਤ ਹੀ ਰੀਅਲ ਇਸ਼ੂ ਆ। ਇਹੀ ਤੁਸੀਂ ਦੇਖ ਰਹੇ ਹੋ ਆਊਟਸਾਈਡ ਜਦੋਂ ਤੁਸੀਂ ਲੋਕਾਂ ਨਾਲ ਗੱਲ ਕਰਦੇ ਹੋ, ਤੁਹਾਡੇ ਐਕਸਪੀਰੀਅੰਸ ਦੇ ਵਿੱਚ ਡੂ ਯੂ ਥਿੰਕ ਲਾਈਕ ਥੀਸ ਨੰਬਰਸ ਰਿਪਰੈਜ਼ੈਂਟ ਕਰਦੇ ਆ ਜੋ ਤੁਸੀਂ ਦੇਖ ਰਹੇ ਹੋ ਬਾਹਰ? ਹਾਂਜੀ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਤੇ ਓਨੈਸਟਲੀ ਵਧੀਆ ਕੀਤਾ ਕਿ ਤੁਸੀਂ ਇਹ ਸਟੈਟਸ ਸਾਡੀ ਆਡੀਅנס ਦੇ ਨਾਲ ਸ਼ੇਅਰ ਕੀਤੇ, ਕਿਉਂਕਿ ਇਸ ਦੇ ਨਾਲ ਕਿਉਂਕਿ ਜਦੋਂ ਆਪਾਂ ਸਟੈਟਸ ਦੇਖਦੇ ਹਾਂ, ਇੱਕ ਤਰ੍ਹਾਂ ਸਾਡੇ ਕੋਲ ਕੰਕਰੀਟ ਐਵੀਡੈਂਸ ਹੁੰਦਾ ਹੈ ਕਿ ਇਹ ਚੀਜ਼ ਕਮਿਊਨਿਟੀ ਵਿੱਚ ਹੋ ਰਹੀ ਹੈ, ਕਿਉਂਕਿ ਹੁਣ ਸਾਡੇ ਕੋਲ ਨੰਬਰਸ ਮੌਜੂਦ ਹਨ ਕਿ ਕਿੰਨੇ ਲੋਕ ਇਹ ਚੀਜ਼ ਦੇ ਨਾਲ ਮਰਦੇ ਹਨ, ਕਿਹੜੇ ਸਿਟੀਜ਼ ਦੇ ਵਿੱਚ ਓਵਰਡੋਜ਼ ਨਾਲ ਜ਼ਿਆਦਾ ਮੌਤਾਂ ਹੁੰਦੀਆਂ ਹਨ। ਤੇ ਐਕਚੁਅਲੀ ਮੇਰੇ ਦਿਮਾਗ ਦੇ ਵਿੱਚ ਵੀ ਇੱਕ ਸਟੋਰੀ ਆਈ ਜਦੋਂ ਤੁਸੀਂ ਸਟੈਟ ਸ਼ੇਅਰ ਕਰਦੇ ਸੀਗੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਰਿਪੋਰਟ ਦੇ, ਕਿ ਕਿਵੇਂ ਉਹਨਾਂ ਦਾ ਫਿਊਨਰਲ ਤੇ ਖਰਚਾ ਹੋਇਆ। ਕੁਝ ਕੁ ਹਫ਼ਤੇ ਪਹਿਲਾਂ ਸਾਡਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਬੂਥ ਸੀ, ਲੇਡੀ ਮੇਰੇ ਕੋਲ ਆਏ ਤੇ ਉਹ ਪੰਜਾਬੀ ਲੇਡੀ ਦਾ ਜਿਹੜਾ ਮੁੰਡਾ ਸੀਗਾ, ਉਹਦੀ ਡਰੱਗ ਓਵਰਡੋਜ਼ ਕਰਕੇ ਮੌਤ ਹੋਈ ਸੀ। ਤੇ ਇਹ ਉਹਨਾਂ ਲਈ ਕਾਫੀ ਸ਼ੌਕਿੰਗ ਸੀ, ਕਿਉਂਕਿ ਉਹਨਾਂ ਦਾ ਮੁੰਡਾ ਆ ਜਿਹੜਾ ਉਹਦਾ ਲਾਈਫ ਸਟਾਈਲ ਕਾਫੀ ਹੈਲਥੀ ਸੀ, ਉਹ ਜਿੱਦਾਂ ਜਿਮ ਵਗੈਰਾ ਬਹੁਤ ਲਾਉਂਦਾ ਸੀ, ਤੇ ਉਹ ਜਿੱਦਾਂ ਡਰੱਗਸ ਤੋਂ ਤਾਂ ਮਤਲਬ ਕਾਫੀ ਜ਼ਿਆਦਾ ਦੂਰ ਸੀਗਾ, ਐਟਲੀਸਟ ਉਹਨਾਂ ਦੀਆਂ ਅੱਖਾਂ ਦੇ ਵਿੱਚ। ਤੇ ਉਹਨਾਂ ਦੇ ਲਈ ਇਹ ਕਾਫੀ ਸ਼ੌਕਿੰਗ ਸੀਗਾ ਕਿ ਕਿਵੇਂ ਉਹਨਾਂ ਦੇ ਮੁੰਡੇ ਦੇ ਕੈਨੇਡਾ ਆਉਣ ਤੋਂ ਬਾਅਦ 'ਚ ਇੱਕ ਮਹੀਨੇ ਦੇ ਵਿੱਚ ਹੀ ਉਹਨਾਂ ਦੇ ਮੁੰਡੇ ਦੀ ਮੌਤ ਹੋ ਗਈ। ਰਿਪੋਰਟਸ ਦੇ ਵਿੱਚ ਸਾਹਮਣੇ ਆਇਆ ਕਿ ਉਹਦੀ ਡਰੱਗ ਓਵਰਡੋਜ਼ ਦੇ ਨਾਲ ਮੌਤ ਹੋਈ ਆ। ਤੇ ਫਿਰ ਉਹਨਾਂ ਦੇ ਲਈ ਵੀ ਉਹਨਾਂ ਨਾਲ ਗੱਲ ਕਰਨਾ ਸਾਡੇ ਲਈ ਕਾਫੀ ਇਮੋਸ਼ਨਲ ਐਕਸਪੀਰੀਅੰਸ ਸੀਗਾ। ਇੱਦਾਂ ਦੇ ਕਈ ਹੋਰ ਵੀ ਪੰਜਾਬੀ ਫੈਮਿਲੀ ਸਾਡੇ ਨਾਲ ਬੂਥ ਤੇ ਗੱਲ ਕਰਦੇ ਹੁੰਦੇ ਆ ਕਿ ਕਿਵੇਂ ਕਾਫੀ ਅਨਐਕਸਪੈਕਟਡ ਤਰੀਕੇ ਦੇ ਨਾਲ ਉਹਨਾਂ ਦੇ ਬੱਚੇ ਦੀ ਮੌਤ ਹੋਈ ਹੈ। ਤੇ ਮਤਲਬ ਜਦੋਂ ਵੀ ਇਹ ਵਾਲੇ ਸਿਨੈਰੀਓਜ਼ ਹੁੰਦੇ ਹਨ, ਕਿਸੇ ਦੀ ਓਪੀਓਇਡ ਓਵਰਡੋਜ਼ ਦੇ ਨਾਲ ਮੌਤ ਹੋਈ ਹੈ, ਮੇਰੇ ਦਿਮਾਗ ਦੇ ਵਿੱਚ ਪਰਸਨਲੀ ਗੱਲ ਆਉਂਦੀ ਹੈ ਜਿਹੜੀ ਉਹ ਕਿੱਟ ਹੁੰਦੀ ਹੈ, ਨਾਰਕੈਨ ਕਿੱਟ। ਹੁਣ ਜੇ ਮੰਨ ਲਓ ਕਿ ਕਿਸੇ ਦੀ ਕੋਈ ਬੰਦਾ ਬੇਹੋਸ਼ ਹੈਗਾ ਆ ਓਪੀਓਇਡ ਓਵਰਡੋਜ਼ ਦੇ ਨਾਲ, ਜੇ ਹੁਣ ਜਿਹੜਾ ਹੁਣ ਨਾਲ ਦਾ ਬੰਦਾ ਆ, ਜੇ ਉਹਨੂੰ ਇਨਫੋਰਮੇਸ਼ਨ ਹੈਗੀ ਆ ਕਿ ਨਾਰਕੈਨ ਕਿਵੇਂ ਇੰਜੈਕਟ ਕਰਨੀ ਆ, ਉਹਦੇ ਕੋਲ ਨਾਰਕੈਨ ਮੌਜੂਦ ਆ, ਫਿਰ ਉਹ ਨਾਰਕੈਨ ਇੰਜੈਕਟ ਕਰਕੇ ਉਹਦੀ ਜਾਨ ਬਚਾ ਸਕਦਾ ਹੈ। ਤੇ ਮੇਰਾ ਮੰਨਣਾ ਇਹ ਹੈ ਕਿ ਇਹ ਜਿੰਨੀਆਂ ਵੀ ਇਹਨਾਂ ਵਿੱਚੋਂ ਕਾਫੀ ਮੌਤਾਂ ਬਚਾਈਆਂ ਜਾ ਸਕਦੀਆਂ ਸੀ, ਜੇ ਜਿਹੜੇ ਵੀ ਨਾਲ ਦੇ ਬੰਦੇ ਸੀ, ਜੇ ਉਹਨਾਂ ਕੋਲ ਨਾਰਕੈਨ ਕਿੱਟ ਮੌਜੂਦ ਹੁੰਦੀ, ਜਾਂ ਉਹਨਾਂ ਕੋਲ ਇਨਫੋਰਮੇਸ਼ਨ ਹੁੰਦੀ ਕਿ ਅਸੀਂ ਕੀ ਕਰਨਾ ਹੈ ਇਹ ਵਾਲੇ ਕੇਸ ਦੇ ਵਿੱਚ। ਤੇ ਜਿਹੜੀ ਨਾਰਕਨ ਕਿਟ ਦੀ ਆਪਾਂ ਗੱਲ ਕਰ ਰਹੇ ਹਾਂ ਕਰਨ, ਇਹ ਨਾਰਕਨ ਕਿਟ ਕਿੱਥੋਂ ਅਵੇਲੇਬਲ ਹੈ? ਜੇ ਕਿਸੇ ਨੂੰ ਚਾਹੀਦੀ ਹੋਵੇ ਉਹ ਕਿੱਥੋਂ ਲੈ ਸਕਦੇ ਹੈ? ਜਿਹੜੀ ਨਾਰਕੈਨ ਕਿੱਟ ਹੈ, ਇਹ ਤੁਸੀਂ ਕਿਸੇ ਵੀ ਫਾਰਮੇਸੀ ਤੋਂ ਫ੍ਰੀ ਆਫ ਕਾਸਟ ਲੈ ਸਕਦੇ ਹੋ। ਉਹ ਤੁਹਾਨੂੰ ਕੋਈ ਸਵਾਲ ਨਹੀਂ ਪੁੱਛਣਗੇ, ਤੇ ਉਹ ਜੇ ਤੁਸੀਂ ਚਾਹੁੰਦੇ ਹੋ ਤਾਂ ਸ਼ਾਇਦ ਉਹ ਤੁਹਾਨੂੰ ਸਿਖਲਾਈ ਵੀ ਦੇ ਦੇਣਗੇ ਕਿ ਨਾਰਕੈਨ ਕਿੱਟ ਕਿਵੇਂ ਇੰਜੈਕਟ ਕਰਨੀ ਹੈ। ਇਸ ਤੋਂ ਇਲਾਵਾ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਕੰਟੈਕਟ ਕਰ ਸਕਦੇ ਹੋ, ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਵਰਕ ਪਲੇਸ ਤੇ ਜਾਂ ਤੁਹਾਡੇ ਘਰ ਵਿੱਚ ਕੋਈ ਡਰੱਗ ਐਡਿਕਸ਼ਨ ਦੇ ਨਾਲ ਜੂਝ ਰਿਹਾ ਹੈ, ਤਾਂ ਅਸੀਂ ਵੀ ਫਿਰ ਤੁਹਾਡੇ ਘਰ ਨਾਰਕੈਨ ਕਿੱਟ ਡਿਲੀਵਰ ਕਰ ਸਕਦੇ ਹਾਂ। ਤੇ ਇਸ ਤੋਂ ਇਲਾਵਾ ਅਸੀਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਕੈਜੂਅਲ ਵੀ ਪੋਸਟ ਕਰਦੇ ਹਾਂ ਕਿ ਸਾਡਾ ਅਗਲਾ ਬੂਥ ਕਿਹੜੀ ਜਗ੍ਹਾ ਤੇ ਹੋਣਾ ਹੈ, ਤੇ ਫਿਰ ਤੁਸੀਂ ਉਸ ਬੂਥ ਤੇ ਆ ਕੇ ਵੀ ਸਾਡੇ ਕੋਲੋਂ ਨਾਰਕੈਨ ਕਿੱਟ ਫ੍ਰੀ ਆਫ ਕਾਸਟ ਲੈ ਕੇ ਜਾ ਸਕਦੇ ਹੋ। ਤੇ ਜਿਹੜੇ ਤੁਸੀਂ ਬੂਥ ਦੀ ਗੱਲ ਕਰ ਰਹੇ ਹੋ ਕਰਨ, ਇਹ ਬੂਥ ਕਿੰਨੀ ਵਾਰੀ ਤੁਸੀਂ ਲਾਉਂਦੇ ਹੋ ਮਹੀਨੇ ਦੇ ਵਿੱਚ? ਕਿੱਥੇ ਬੂਥ ਲੱਗਦੇ ਨੇ, ਤੇ ਬੂਥ ਦੇ ਵਿੱਚ ਕਿਹੋ ਜਿਹੀ ਇਨਫੋਰਮੇਸ਼ਨ ਕੋਈ ਐਕਸਪੈਕਟ ਕਰ ਸਕਦਾ? ਥੋੜਾ ਜਿਹਾ ਉਹਦੇ ਬਾਰੇ ਦੱਸਿਓ। ਹਾਂਜੀ, ਸਾਡੇ ਬੂਥ ਆਲਮੋਸਟ ਐਵਰੀ ਸੈਟਰਡੇ ਤੇ ਸੰਡੇ ਹੁੰਦੇ ਹਨ। ਸਾਡੀਆਂ ਜਿਹੜੀਆਂ ਮੇਨ ਲੋਕੇਸ਼ਨਸ ਹਨ ਉਹ ਹਨ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ,
ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ। ਇਹ ਦੋ ਲੋਕੇਸ਼ਨਸ ਤੇ ਅਸੀਂ ਹੁਣ ਤੱਕ ਮੋਸਟਲੀ ਬੂਥ ਆਪਾਂ ਇਹਨਾਂ ਤੇ ਲਾਏ ਹੋਏ ਹਨ, ਤੇ ਇਸ ਤੋਂ ਇਲਾਵਾ ਸਾਡੇ ਕਈ ਬੂਥ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜਾਂ ਹੋਰ ਕਈ ਲੋਕਲ ਗੁਰਦੁਆਰਾਸ ਦੇ ਵਿੱਚ ਵੀ ਲਾਏ ਗਏ ਹਨ। ਇਹਨਾਂ ਬੂਥ ਤੇ ਅਸੀਂ ਫਲਾਇਰਸ ਡਿਸਟ੍ਰੀਬਿਊਟ ਕਰਦੇ ਹਨ, ਜਿਨ੍ਹਾਂ ਫਲਾਇਰਸ ਤੇ ਸਾਰੇ ਸਿੰਪਟਮਸ ਲਿਖੇ ਹੁੰਦੇ ਹਨ ਓਪੀਓਇਡ ਓਵਰਡੋਜ਼ ਦੇ, ਤੇ ਇਹਨਾਂ ਫਲਾਇਰਸ ਦੇ ਉੱਪਰ ਸਟੈਪ ਬਾਏ ਸਟੈਪ ਇੰਸਟਰਕਸ਼ਨਸ ਲਿਖੀਆਂ ਹੁੰਦੀਆਂ ਹਨ ਕਿ ਓਪੀਓਇਡ ਓਵਰਡੋਜ਼ ਦੇ ਵਿੱਚ ਤੁਸੀਂ ਕੀ ਕਰਨਾ ਹੈ। ਤੇ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਕਈ ਫਲਾਇਰਸ ਹੁੰਦੇ ਹਨ ਮੈਂਟਲ ਹੈਲਥ ਦੇ ਨਾਲ ਰਿਲੇਟਡ, ਜਿਵੇਂ ਕਿ ਜਿਵੇਂ ਕਿ ਤੁਸੀਂ ਆਪਣੇ ਬੱਚਿਆਂ ਦੇ ਨਾਲ ਕਿਵੇਂ ਗੱਲ ਕਰਨੀ ਹੈ ਡਰੱਗਸ ਬਾਰੇ। ਤੇ ਇਹਨਾਂ ਬੂਥ ਤੇ ਅਸੀਂ ਨਲੋਕਸੋਨ ਜਿਸ ਨੂੰ ਨਾਰਕੈਨ ਵੀ ਕਹਿੰਦੇ ਹਨ, ਅਸੀਂ ਨਾਰਕੈਨ ਇੰਜੈਕਸ਼ਨ ਦੀ ਟ੍ਰੇਨਿੰਗ ਵੀ ਦਿੰਦੇ ਹਾਂ ਆਪਣੇ ਬੂਥ ਤੇ। ਸਟੈਪ ਬਾਏ ਸਟੈਪ ਅਸੀਂ ਸਿਖਾਉਂਦੇ ਹਾਂ ਕਿ ਨਾਰਕੈਨ ਦਾ ਇੰਜੈਕਸ਼ਨ ਖੋਲਣਾ ਕਿਵੇਂ ਹੈ ਤੇ ਫਿਰ ਨਾਰਕੈਨ ਇੰਜੈਕਟ ਕਿਵੇਂ ਕਰਨ ਥੋੜਾ ਜਿਹਾ ਆਪਾਂ ਟੌਪਿਕ ਨੂੰ ਥੋੜਾ ਚੇਂਜ ਕਰਦੇ ਹਾਂ, ਥੋੜੀ ਤੁਹਾਡੇ ਬੈਕਗ੍ਰਾਉਂਡ ਦੀ ਗੱਲ ਕਰਦੇ ਹਾਂ, ਹੈ ਨਾ। ਤੁਹਾਡਾ ਤੁਸੀਂ ਕਿੱਦਾਂ ਕਨੈਕਟ ਹੋਏ, ਕੀ ਰੀਜ਼ਨ ਸੀਗੇ ਤੁਹਾਡੇ ਕਨੈਕਟ ਹੋਣ ਦੇ ਇਸ ਆਰਗੇਨਾਈਜੇਸ਼ਨ ਦੇ ਨਾਲ, ਤੁਹਾਨੂੰ ਕਿਹੜੀ ਚੀਜ਼ ਨੇ ਮੋਟੀਵੇਟ ਕੀਤਾ, ਉਹਦੇ ਬਾਰੇ ਥੋੜਾ ਦੱਸੋ। ਤੇ ਮੈਨੂੰ ਥੋੜੀ ਆਪਣੀ ਜਰਨੀ ਬਾਰੇ ਦੱਸੋ, ਤੁਸੀਂ ਕਿੱਥੋਂ, ਤੁਹਾਡਾ ਬੈਕਗ੍ਰਾਉਂਡ ਕਿੱਥੋਂ ਹੈ, ਤੁਸੀਂ ਕਦੋਂ ਕੈਨੇਡਾ ਦੇ ਵਿੱਚ ਆਏ, ਤੇ ਤੁਸੀਂ ਹਜੇ ਕੀ ਕਰਦੇ ਹੋ ਅਦਰ ਦੈਨ ਦੀ ਆਰਗੇਨਾਈਜੇਸ਼ਨ। ਹਾਂਜੀ, ਮੈਂ UBC ਦੇ ਵਿੱਚ ਆਪਣੀ ਅੰਡਰ ਗ੍ਰੈਜੂਏਟ ਡਿਗਰੀ ਕੀਤੀ। ਮੇਰਾ ਮੇਜਰ ਸੀਗਾ ਮੈਥ ਦੇ ਵਿੱਚ। ਮੈਂ ਆਪਣੀ ਮੈਥਮੈਟਿਕਸ ਦੀ ਡਿਗਰੀ ਦੇ ਨਾਲ ਪਿਛਲੇ ਸਾਲ 2022 ਦੇ ਵਿੱਚ ਗ੍ਰੈਜੂਏਟ ਹੋਇਆ। 2020 ਦੀ ਸਮਰ ਦੇ ਵਿੱਚ ਮੈਨੂੰ ਕਈ ਆਪਣੇ ਦੋਸਤਾਂ ਨੇ ਸੋਦਾ ਬਾਰੇ ਦੱਸਿਆ ਸੀ। ਉਸ ਵਕਤ 2020 ਦੇ ਵਿੱਚ ਮੈਨੂੰ ਜਦੋਂ ਪਤਾ ਲੱਗਾ ਕਿ ਸੋਦਾ ਕੀ ਕੰਮ ਕਰਦੀ ਹੈ, ਮੈਨੂੰ ਵੀ ਕਾਫੀ ਖੁਸ਼ੀ ਹੋਈ ਕਿ ਮੈਂ ਇਸ ਦੇ ਵਿੱਚ ਇਨਵੋਲਵ ਹੋ ਸਕਦਾ ਹਾਂ। ਹੁਣ ਜੋ ਵੀ ਮੈਂ ਸਕੂਲ ਦੇ ਵਿੱਚ ਪੜ੍ਹਿਆ ਹੈ, ਯੂਨੀਵਰਸਿਟੀ ਦੇ ਵਿੱਚ ਪੜ੍ਹਿਆ ਹੈ, ਮੇਰੀ ਜਦੋਂ ਸਭ ਤੋਂ ਵੱਡੀ ਮੋਟੀਵੇਸ਼ਨ ਇਹ ਸੀਗੀ ਕਿ ਬਹੁਤ ਸਾਰੇ ਲੋਕ ਇੱਦਾਂ ਦੇ ਹੁੰਦੇ ਹਨ ਜਿਹੜੇ ਹੋ ਸਕਦਾ ਹੈ ਇੰਗਲਿਸ਼ ਦੇ ਵਿੱਚ ਇੰਨੇ ਫਲੂਐਂਟ ਨਾ ਹੋਣ, ਜਾਂ ਉਹਨਾਂ ਦੇ ਕੋਲ ਉਨੀ ਇਨਫੋਰਮੇਸ਼ਨ ਨਾ ਹੋਵੇ, ਉਨੀ ਨੌਲੇਜ ਨਾ ਹੋਵੇ ਡਰੱਗਸ ਬਾਰੇ। ਤੇ ਫਿਰ ਮੈਨੂੰ ਇਹ ਚੀਜ਼ ਦੀ ਬੜੀ ਖੁਸ਼ੀ ਹੋਈ ਕਿ ਉਸ ਵਕਤ ਮੈਂ ਸੋਦਾ ਦੇ ਰਾਹੀਂ ਜਿਹੜੀ ਮੇਰੀ ਇਨਫੋਰਮੇਸ਼ਨ ਹੈ, ਨੌਲੇਜ ਹੈ, ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਪਾਇਆ। ਉਸ ਤੋਂ ਇਲਾਵਾ ਮੈਂ ਪਿਛਲੇ ਸਾਲ 2022 ਦੇ ਵਿੱਚ ਆਪਣਾ MSc ਪ੍ਰੋਗਰਾਮ ਸ਼ੁਰੂ ਕੀਤਾ UBC ਦੇ ਵਿੱਚ, ਤੇ ਮੇਰੀ MSc ਮੈਥਮੈਟੀਕਲ ਬਾਇਓਲੋਜੀ ਦੇ ਵਿੱਚ ਹੈ। ਤੇ ਜਿਹੜਾ ਮੇਰਾ MSc ਦਾ ਰਿਸਰਚ ਪ੍ਰੋਜੈਕਟ ਹੈ, ਉਹ ਮੈਂ ਹਾਲੇ ਸਟਾਰਟ ਕਰਨਾ ਹੈ, ਤੇ ਮੇਰਾ ਪ੍ਰੋਜੈਕਟ ਵੀ ਓਪੀਓਇਡ ਓਵਰਡੋਜ਼ ਦੇ ਨਾਲ ਹੀ ਰਿਲੇਟਡ ਹੈ। ਮੈਂ ਆਪਣੀ ਰਿਸਰਚ ਦੇ ਵਿੱਚ ਦੇਖਾਂਗਾ ਕਿ ਓਪੀਓਇਡ ਓਵਰਡੋਜ਼ ਦਾ ਇੰਡੀਵਿਜੂਅਲਸ ਦੇ ਉੱਪਰ ਕੀ ਅਸਰ ਹੁੰਦਾ ਹੈ। ਜਿਵੇਂ ਕਿ ਤੁਸੀਂ ਵੀ ਸਟੈਟਸ ਸ਼ੇਅਰ ਕੀਤੇ, ਸਾਡੇ ਕੋਲ ਸਟੈਟਸ ਜਿਹੜੇ ਮੌਜੂਦ ਹੁੰਦੇ ਹਨ ਉਹ ਜਿੱਦਾਂ ਕਾਫੀ ਬ੍ਰੌਡ ਲੈਵਲ ਤੇ ਮੌਜੂਦ ਹਨ, ਜਿਵੇਂ ਕਿ ਪੋਪੂਲੇਸ਼ਨ ਲੈਵਲ ਤੇ ਸਾਨੂੰ ਜਿਵੇਂ ਪਤਾ ਹੈ ਕਿ BC ਵਿੱਚ ਕਿੰਨੀਆਂ ਮੌਤਾਂ ਹੋਈਆਂ ਹਨ, ਸਰੀ ਵਿੱਚ ਕਿੰਨੀਆਂ ਹੋਈਆਂ ਹਨ, ਵਿਕਟੋਰੀਆ ਵਿੱਚ ਕਿੰਨੀਆਂ ਹੋਈਆਂ ਹਨ। ਪਰ ਮੇਰਾ ਹੁਣ ਗੋਲ ਇਹ ਹੈ ਕਿ ਇੱਕ ਤਰ੍ਹਾਂ ਨਾਲ ਕੋਈ ਸਪੈਸੀਫਿਕ ਇੰਡੀਵਿਜੂਅਲਸ ਦੀ ਜਰਨੀ ਸਟੱਡੀ ਕਰਨਾ, ਓਪੀਓਇਡ ਓਵਰਡੋਜ਼ ਦੇ ਨਾਲ ਕੀ ਉਹਨਾਂ ਤੇ ਇਫੈਕਟ ਪਿਆ। ਤੇ ਉਹ ਵੀ ਕਾਫੀ ਇੰਟਰਸਟਿੰਗ ਟੌਪਿਕ ਹੈ ਮੇਰੇ ਲਈ, ਕਿਉਂਕਿ ਜਿੱਥੋਂ ਤੱਕ ਹੁਣ ਮੈਂ ਥੋੜਾ ਬਹੁਤਾ ਸਟੱਡੀ ਕੀਤਾ ਹੈ, ਜਿਨ੍ਹਾਂ ਲੋਕਾਂ ਦੀ ਲਾਈਫ ਵੀ ਸੇਵ ਹੋ ਜਾਂਦੀ ਹੈ ਓਪੀਓਇਡ ਓਵਰਡੋਜ਼ ਤੋਂ, ਉਹਨਾਂ ਦੀ ਬਾਡੀ ਦੇ ਵਿੱਚ ਵੀ ਕਾਫੀ ਇਫੈਕਟਸ ਦੇਖਣ ਨੂੰ ਮਿਲ ਸਕਦੇ ਹਨ। ਕਿਉਂਕਿ ਜਿਹੜੇ ਪੀਰੀਅਡ ਦੇ ਵਿੱਚ ਉਹਨਾਂ ਨੂੰ ਆਕਸੀਜਨ ਨਹੀਂ ਮਿਲਦੀ, ਉਹ ਆਕਸੀਜਨ ਨਾ ਮਿਲਣ ਕਰਕੇ ਵੀ ਉਹਨਾਂ ਨੂੰ ਬ੍ਰੇਨ ਡੈਮੇਜ ਹੋ ਸਕਦਾ ਹੈ, ਜਾਂ ਕਈ ਹੋਰ ਵੀ ਲੈਕ ਆਫ ਆਕਸੀਜਨ ਕਰਕੇ ਇਫੈਕਟਸ ਸਕਦੇ ਹੋ। ਆਸਮ। ਉਹ ਤੋਂ ਪਹਿਲਾਂ ਇੱਕ ਤੁਹਾਡਾ ਕੋਈ ਜੇ ਲਾਸਟ ਮੈਸੇਜ ਹੋਵੇ, ਜਿਹੜਾ ਵੀ ਕੋਈ ਲੈਟਸ ਸੇ ਸੁਣ ਰਿਹਾ ਹੈ ਸਾਡੀ ਇਸ ਕਨਵਰਸੇਸ਼ਨ ਨੂੰ, ਜੇ ਤੁਸੀਂ ਉਹਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ, ਭਾਵੇਂ ਉਹ ਕੋਈ ਪਰਸਨਲ ਇੰਡੀਵਿਜੂਅਲ ਹੈ ਜਿਹੜੇ ਆਪ ਸਫਰ ਕਰ ਰਹੇ ਨੇ, ਜਾਂ ਕਿਸੇ ਦਾ ਕੋਈ ਫੈਮਿਲੀ ਮੈਂਬਰ ਹੈ, ਉਹ ਕੀ ਮੈਸੇਜ ਤੁਸੀਂ ਉਹਨਾਂ ਨੂੰ ਦੇਣਾ ਚਾਹੋਗੇ? ਮੇਰਾ ਲਾਸਟ ਮੈਸੇਜ ਇਹ ਹੈ ਕਿ ਤੁਹਾਡੇ ਸੋਸ਼ਲ ਸਰਕਲ ਦੇ ਵਿੱਚ, ਜਾਂ ਜੇ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਵੀ ਡਰੱਗ ਐਡਿਕਸ਼ਨ ਦੇ ਨਾਲ ਜੂਝ ਰਿਹਾ ਹੈ, ਤਾਂ ਉਸ ਦੀ ਤੁਸੀਂ ਜਿੰਨੀ ਕੁ ਤੁਸੀਂ ਕਰ ਸਕਦੇ ਹੋ ਸਪੋਰਟ ਕਰੋ ਉਸਦੀ। ਉਸ ਨੂੰ ਇਕੱਲੇ ਨਾ ਮਹਿਸੂਸ ਹੋਣ ਦਿਓ, ਤੇ ਉਸ ਨੂੰ ਤੁਸੀਂ ਸਲਾਹ ਦਿਓ ਕਿ ਜੇ ਉਹ ਕਦੀ ਵੀ ਡਰੱਗ ਦਾ ਸੇਵਨ ਕਰਨਾ ਚਾਹੁੰਦਾ ਹੈ
ਤਾਂ ਉਹ ਤੁਹਾਡੀ ਸੁਪਰਵਿਜ਼ਨ ਦੇ ਵਿੱਚ ਡਰੱਗ ਦਾ ਸੇਵਨ ਕਰ ਸਕਦਾ ਹੈ, ਤਾਂ ਜੋ ਕਿ ਉਸਨੂੰ ਜੇ ਓਵਰਡੋਜ਼ ਹੋ ਜਾਂਦਾ ਹੈ ਤਾਂ ਫਿਰ ਤੁਸੀਂ ਉਹਦੇ ਲਈ ਉਸਦੀ ਫਰਸਟ ਏਡ ਕਰ ਸਕੋ, ਜਾਂ ਉਸਦੇ ਨਾਰਕਨ ਇੰਜੈਕਟ ਕਰੋ ਜੇ ਉਸਨੇ ਓਪੀਓਇਡ ਦਾ ਸੇਵਨ ਕੀਤਾ ਹੈ ਤੇ ਉਸਨੂੰ ਓਵਰਡੋਜ਼ ਹੋ ਜਾਂਦਾ ਹੈ। ਐਂਡ ਜਸਟ ਟੂ ਬੀ ਕਲੀਅਰ, ਮੈਂ ਇਹ ਨਹੀਂ ਕਹਿ ਰਿਹਾ, ਮੈਂ ਮਤਲਬ ਇਹ ਨਹੀਂ ਇਨਕਰੇਜ ਕਰ ਰਿਹਾ ਕਿ ਤੁਸੀਂ ਡਰੱਗ ਦਾ ਸੇਵਨ ਕਰੋ। ਮੈਂ ਸਿਰਫ ਇਹ ਕਹਿ ਰਿਹਾ ਕਿ ਹਾਰਮ ਰਿਡਕਸ਼ਨ ਦਾ ਕਨਸੈਪਟ ਕਾਫੀ ਚੇਤੇ ਰੱਖਣਾ ਚਾਹੀਦਾ ਹੈ। ਹੁਣ ਜਿਹੜੇ ਲੋਕ ਆਲਰੇਡੀ ਡਰੱਗ ਦਾ ਸੇਵਨ ਕਰਦੇ ਹਨ, ਉਸਦੇ ਲਈ ਤੁਸੀਂ ਸਪੋਰਟਿਵ ਹੋ ਕੇ ਉਸ ਨੂੰ ਇਹ ਕਹਿ ਕੇ ਕਿ ਤੁਸੀਂ ਡਰੱਗ ਦਾ ਸੇਵਨ ਉਹਦੀ ਸੁਪਰਵਿਜ਼ਨ ਵਿੱਚ ਕਰੋ, ਉਹਦੇ ਨਾਲ ਇਹ ਹੁੰਦਾ ਹੈ ਕਿ ਉਹ ਡਰੱਗਸ ਦਾ ਨੁਕਸਾਨ ਕਾਫੀ ਘਟ ਜਾਂਦਾ ਹੈ। ਬਿਲਕੁਲ। ਐਂਡ ਯਾ ਅਸੀਂ ਇਨਕਰੇਜਮੈਂਟ ਲਈ ਨਹੀਂ ਕਹਿ ਰਹੇ, ਪਰ ਜਿਹੜੇ ਲੋਕੀ ਆਲਰੇਡੀ ਉਸ ਸਟੇਜ ਦੇ ਉੱਤੇ ਨੇ ਜਿੱਥੇ ਉਹ ਬੈਕ ਆਊਟ ਨਹੀਂ ਕਰ ਸਕਦੇ ਤੇ ਉਹ ਆਪਣੇ ਆਪ ਨੂੰ ਇੰਨਾ ਨੁਕਸਾਨ ਨਾ ਦੇ ਦੇਣ ਕਿ ਉਹ ਆਪਣੀ ਜਾਨ ਤੋਂ ਹੱਥ ਧੋ ਬੈਠਣ। ਇਸ ਲਈ ਜਿਹੜੇ ਉਹਨਾਂ ਦੇ ਫੈਮਿਲੀ ਮੈਂਬਰਸ ਨੇ, ਜਿਹੜੇ ਲੋਕੀ ਉਹਨਾਂ ਦੀ ਕੇਅਰ ਕਰਦੇ ਨੇ, ਇਹ ਉਹਨਾਂ ਲਈ ਵੀ ਜ਼ਰੂਰੀ ਹੈ ਕਿ ਉਹ ਜਾਣਦੇ ਨੇ ਕਿ ਪ੍ਰੀਵੈਂਟੇਟਿਵ ਮੈਜਰਸ ਉਹ ਕੀ ਨੇ ਤੇ ਕਿਵੇਂ ਕਿਸੇ ਦੀ ਜਾਨ ਬਚਾਈ ਜਾ ਸਕਦੀ ਆ। ਕਰਨ ਅਗੇਨ ਕੁਡੋਸ ਟੂ ਯੂ ਐਂਡ ਯੂਰ ਟੀਮ, ਜਿੰਨਾ ਵੀ ਤੁਸੀਂ ਕੰਮ ਕਰ ਰਹੇ ਹੋ, ਇਹ ਬਹੁਤ ਨੇਕ ਕੰਮ ਹੈ। ਤੁਸੀਂ ਆਪਣਾ ਟਾਈਮ ਕੱਢ ਕੇ ਵੋਲੰਟੀਅਰ ਵਰਕ ਹੈ, ਲੋਕਾਂ ਦੀ ਜਾਨ ਬਚਾ ਰਹੇ ਹੋ ਤੇ ਆਪਣੀ ਕਮਿਊਨਿਟੀ ਦੇ ਵਿੱਚ ਇੱਕ ਅਵੇਅਰਨੈਸ ਲੈ ਕੇ ਆ ਰਹੇ ਹੋ, ਜਿਹਦੀ ਆਈ ਥਿੰਕ ਬਹੁਤ ਜ਼ਿਆਦਾ ਜ਼ਰੂਰਤ ਹੈ ਅੱਜ ਦੇ ਟਾਈਮ ਦੇ ਵਿੱਚ। ਤੇ ਜਿਵੇਂ ਅਸੀਂ ਨੰਬਰਸ ਦੇ ਵਿੱਚ, ਫੈਕਟਸ ਫਿਗਰਸ ਦੇ ਵਿੱਚ ਦੇਖਿਆ ਕਿ ਇਟਸ ਐਕਚੁਅਲੀ ਅ ਵੈਰੀ ਸੀਰੀਅਸ ਇਸ਼ੂ। ਸੋ ਥੈਂਕ ਯੂ ਫॉर योर टाइम। ਇਟ ਵਾਸ ਰੀਅਲੀ ਅਗੇਨ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਤੁਹਾਡੇ ਤੋਂ ਸਿੱਖ ਕੇ। ਮੈਂ ਉਮੀਦ ਕਰਦਾ ਜਿਹੜਾ ਵੀ ਕੋਈ ਸੁਣਦਾ ਹੋਊਗਾ ਉਹਨੂੰ ਅੱਜ ਦੀ ਇਸ ਕਨਵਰਸੇਸ਼ਨ ਤੋਂ ਕੁਝ ਸਿੱਖਣ ਨੂੰ ਮਿਲੂਗਾ। ਤਾਂ ਦ ਵਰਕ ਦੈਟ ਯੂ ਗਾਇਜ਼ ਆਰ ਡੂਇੰਗ, ਥੈਂਕ ਯੂ ਵਾਂਸ ਅਗੇਨ।